ਹਾਂਜੀ, ਵੈਲਕਮ ਜੀ। ਕੀ ਹਾਲ ਚਾਲ ਹੈ ਸਾਰਿਆਂ ਦਾ? ਚੜ੍ਹਦੀ ਕਲਾ ਦੇ ਵਿੱਚ ਹੋ। ਸੋ ਵੈਲਕਮ ਟੂ ਅਨਦਰ ਵੀਕਐਂਡ ਲਾਈਵ। ਜਿੱਦਾਂ ਤੁਹਾਨੂੰ ਪਤਾ ਹੀ ਆ, ਆਪਾਂ ਹਰੇਕ ਵੀਕਐਂਡ ਤੇ ਲਾਈਵ ਕਰਦੇ ਹੁੰਦੇ ਆ। ਸੋ ਅੱਜ ਜਿਹੜਾ ਆਪਣਾ ਲਾਈਵ ਆ ਜੀ, ਉਹ ਸਿਰਫ ਪਬਲਿਕ ਨਹੀਂ ਹੋਇਆ, ਸੋ ਅਨਲਿਸਟਡ ਹੋ ਗਿਆ ਲਿੰਕ। ਇਸ ਕਰਕੇ ਜਿਨ੍ਹਾਂ ਨੇ ਲਿੰਕ ਦੇ ਉੱਪਰ ਕਲਿੱਕ ਕੀਤਾ, ਸਿਰਫ ਉਹੀ ਜੁਆਇਨ ਕਰ ਸਕਣਗੇ। ਬਟ ਚਲੋ ਕੋਈ ਨਹੀਂ, ਮੈਂ ਬਾਅਦ ਦੇ ਵਿੱਚ ਰਿਕਾਰਡ ਕਰਕੇ ਤੇ ਬਾਕੀਆਂ ਦੇ ਨਾਲ ਵੀ ਸ਼ੇਅਰ ਕਰ ਦੂੰਗਾ। ਸੋ ਜਿਹੜੇ ਵੀ ਤੁਹਾਡੇ ਵਿੱਚੋਂ ਲਾਈਵ ਤੇ ਆ, ਫਸਟ ਆਫ ਆਲ ਵੈਲਕਮ ਸਾਰਿਆਂ ਦਾ। ਹੋਪਫੁਲੀ ਤੁਸੀਂ, ਜਿੱਦਾਂ ਮੈਂ ਕੱਲ ਵੀ ਦੱਸਿਆ ਸੀ, ਕਿ ਕਾਪੀ ਪੈਨ ਚੱਕਿਆ ਹੋਊਗਾ ਆਪਣਾ ਨਾਲ। ਸੋ ਜਦੋਂ ਵੀ ਕਿਸੇ ਲਾਈਵ ਤੇ ਆਉਂਦੇ ਹੋ, ਚਾਹੇ ਉਹ ਟਿਕਟੌਕ ਤੇ ਆ, ਚਾਹੇ YouTube ਤੇ ਆ, ਜਾਂ ਲਾਈਵ ਟ੍ਰੇਡਿੰਗ ਤੇ ਆਉਂਦੇ ਹੋ ਆਪਣੇ ਨਾਲ, ਸੋ ਆਲਵੇਜ਼ ਕੋਸ਼ਿਸ਼ ਇਹੀ ਕਰਿਆ ਕਰੋ ਕਿ ਆਪਣਾ ਕਾਪੀ ਪੈਨ ਚੱਕ ਲਿਆ ਨਾਲ। ਉਹਦੇ ਨਾਲ ਕੀ ਹੁੰਦਾ ਆ ਕਿ ਜੇ ਕੋਈ ਚੀਜ਼ ਤੁਹਾਨੂੰ ਲੱਗਦਾ ਕਿ ਇਹ ਜ਼ਰੂਰੀ ਆ, ਲਿਖਣ ਵਾਲੀ ਆ, ਤੇ ਤੁਸੀਂ ਨਾਲ ਦੀ ਨਾਲ ਨੋਟ ਕਰ ਸਕਦੇ ਹੋ। ਤੇ ਜਦੋਂ ਤੁਸੀਂ ਬਾਅਦ ਦੇ ਵਿੱਚ ਟਰੇਡ ਕਰਨਾ ਆ ਜਾਂ ਵੀਕਐਂਡ ਤੇ ਟਰੇਡਸ ਰਿਵਿਊ ਕਰ ਰਹੇ ਆ, ਤੇ ਇੱਦਾਂ ਦੇ ਨੋਟ ਜਿਹੜੇ ਬਣੇ ਹੋਏ ਆ ਉਹ ਵੀ ਨਾਲ ਰਿਵਿਊ ਕਰ ਸਕਦੇ ਆ। ਸੋ ਕਾਫੀ ਹੈਲਪ ਮਿਲ ਜਾਂਦੀ ਆ। ਸੋ ਮੇਰੀ ਇਹੀ ਸਟਰੈਂਥ ਰਹੀ ਆ ਕਿ ਜਦੋਂ ਵੀ ਕੋਈ ਮੈਂ ਚੀਜ਼ ਲਰਨ ਕਰਦਾ ਜਾਂ ਕੋਈ ਮਿਸਟੇਕ ਕਰਦਾ ਆ, ਤੇ ਨਾਲ ਦੀ ਨਾਲ ਆਪਾਂ ਲਿਖ ਲਈਦੀ ਆ। ਸੋ ਆਲਵੇਜ਼ ਤੁਹਾਨੂੰ ਮੈਂ ਇੱਥੇ ਦੱਸਦਾ ਹੀ ਹੁੰਦਾ। ਸੋ ਕੀਬੋਰਡ ਦੇ ਥੱਲੇ ਆਪਣੇ ਆਪ ਪੇਪਰ ਪਿਆ ਜੀ। ਸੋ ਮੈਂ ਲਾਈਵ ਤੇ ਸ਼ੇਅਰ ਵੀ ਕਰਦਾ ਹੁੰਦਾ ਟਿਕਟੌਕ ਦੇ। ਸੋ ਇੱਥੇ ਵੀ ਤੁਹਾਨੂੰ ਮੈਂ ਦਿਖਾ ਰਿਹਾ ਕਿ ਕਿਹੜੀਆਂ ਮਿਸਟੇਕ ਜਿਹੜੀਆਂ ਆਪਾਂ ਕਰਦੇ ਆ ਟ੍ਰੇਡਿੰਗ ਦੇ ਵਿੱਚ। ਸੋ ਜੇ ਕੋਈ ਮਿਸਟੇਕ ਹੈਗੀ ਆ ਤਾਂ ਮੈਂ ਇਹਦੇ ਵਿੱਚ ਲਿਖ ਲੈਣਾ। ਬਾਕੀ ਜਿਹੜੀਆਂ ਆਪਾਂ ਕੀਤੀਆਂ ਆਲਰੇਡੀ ਲਿਖੀਆਂ ਹੋਈਆਂ, ਸਵੇਰੇ ਟ੍ਰੇਡਿੰਗ ਸਟਾਰਟ ਕਰਨ ਤੋਂ ਪਹਿਲਾਂ ਇੱਕ ਵਾਰੀ ਇਹਨੂੰ ਪੜ੍ਹ ਲਈਦਾ, ਤਾਂ ਕਿ ਉਹ ਵਾਲੀ ਜਿਹੜੀ ਮਿਸਟੇਕ ਆ, ਜਿਹਨੇ ਪਾਸਟ ਦੇ ਵਿੱਚ ਘਾਟਾ ਪਵਾਇਆ ਸੀ, ਉਹਨੂੰ ਮੈਂ ਅੱਜ ਰਿਪੀਟ ਨਾ ਕਰਾਂ। ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡੀ ਟ੍ਰੇਡਿੰਗ ਨੂੰ ਐਵਰੀ ਡੇ ਇੰਪਰੂਵ ਕਰਦੀਆਂ ਨੇ, ਐਵਰੀ ਵੀਕ ਇੰਪਰੂਵ ਕਰਦੀਆਂ ਨੇ, ਐਵਰੀ ਮੰਥ ਇੰਪਰੂਵ ਕਰਦੀਆਂ ਨੇ, ਐਜ਼ ਲੌਂਗ ਐਜ਼ ਯੂ ਸਟਿਕ ਵਿਦ ਦਾ ਬੇਸਿਕ। ਸੋ ਇਹ ਸਾਰੀਆਂ ਚੀਜ਼ਾਂ 'ਤੇ ਥੋੜ੍ਹਾ ਜਿਹਾ ਫੋਕਸ ਕਰਨਾ, ਨੋਟਸ ਬਣਾਉਣੇ, ਲਿਖਣਾ, ਸੋ ਆਪਣੇ ਆਪ ਨੂੰ ਇੰਪਰੂਵ ਕਰਨਾ। ਸੋ ਇੱਕ ਪੜ੍ਹਾਈ ਆ, ਆਪਾਂ ਕਹਿ ਸਕਦੇ ਹਾਂ। ਮੈਂ ਆਲਵੇਜ਼ ਸ਼ੇਅਰ ਕਰਦਾ ਹੁੰਦਾ ਆ ਕਿ ਜਿੱਦਾਂ ਇੱਕ ਲਾਇਰ ਆ, ਠੀਕ ਹੈ, ਇੱਕ ਡਾਕਟਰ ਆ, ਉਹ ਬਹੁਤ ਵਧੀਆ ਪ੍ਰੋਫਿਟ ਬਣਾਉਂਦੇ ਆ, ਬਟ ਉਹ ਬਣਾਉਣ ਦੇ ਲਈ, ਉਹਨਾਂ ਨੂੰ ਪੈਸੇ ਇਨਕਮ ਬਣਾਉਣ ਦੇ ਲਈ ਪੜ੍ਹਨਾ ਵੀ ਬਹੁਤ ਪੈਂਦਾ। ਇੱਦਾਂ ਹੀ ਇੱਕ ਟ੍ਰੇਡਿੰਗ ਵੀ ਪ੍ਰੋਫੈਸ਼ਨ ਆ। ਹਾਂ, ਤੁਸੀਂ ਬਹੁਤ ਵਧੀਆ ਪ੍ਰੋਫਿਟ ਬਣਾ ਸਕਦੇ ਹੋ ਇੱਕ ਲਾਇਰ ਦੀ ਤਰ੍ਹਾਂ, ਠੀਕ ਹੈ ਜੀ, ਇੱਕ ਡਾਕਟਰ ਦੀ ਤਰ੍ਹਾਂ ਇੱਥੇ ਪੈਸੇ ਬਣ ਸਕਦੇ ਆ ਟ੍ਰੇਡਿੰਗ ਦੇ ਵਿੱਚ। ਬਟ ਉਹਨਾਂ ਵਾਂਗੂ ਸਟੱਡੀ ਵੀ ਕਰਨੀ ਪੈਣੀ ਆ। ਇਹ ਨਹੀਂ ਕਿ ਦਿਨ ਰਾਤ ਸਿਰ ਸੁੱਟ ਕੇ ਸਟੱਡੀ ਕਰਨੀ ਪੈਣੀ ਆ। ਹਾਂ, ਬਟ ਜਦੋਂ ਵੀ 15-20 ਮਿੰਟ ਲਾਉਣਾ, ਘੰਟਾ ਲਾਉਣਾ ਵੀਕ ਦਾ, ਸੋ ਮਾਰਕੀਟ ਨੂੰ ਥੋੜ੍ਹਾ ਜਿਹਾ ਰਿਵਿਊ ਕਰਨਾ ਆ, ਜਿਹੜਾ ਤੁਸੀਂ ਟ੍ਰੇਡਸ ਕੀਤੀਆਂ ਉਹਨਾਂ ਨੂੰ ਰਿਵਿਊ ਕਰਨਾ। ਸੋ ਆਪਣੇ ਆਪ ਦੀ ਇੰਨੀ ਕੁ ਇੰਪਰੂਵਮੈਂਟ ਕਰਦੇ ਰਹਿਣੇ ਆ। ਸੋ ਕੋਈ ਇਹ ਨਹੀਂ ਕਿ 4 ਸਾਲ ਦਾ ਕੋਰਸ ਆ, 5 ਸਾਲ ਦਾ ਕੋਰਸ ਆ, ਇਹਦੇ ਵਿੱਚ ਲੱਖਾਂ ਡਾਲਰ ਲੱਗਣੇ, ਇੱਦਾਂ ਦਾ ਕੋਈ ਚੱਕਰ ਹੈ ਨਹੀਂ ਆ। ਸੋ ਛੋਟੀ ਜਿਹੀ ਇਨਵੈਸਟਮੈਂਟ ਆ ਤੁਹਾਡੀ, ਬਟ ਇਹ ਆ ਕਿ ਇਹਦੇ ਉੱਤੇ ਜਿਹੜੀ ਆਪਣੀ ਜਿੰਨੀ ਇੰਪਰੂਵਮੈਂਟ ਜ਼ਿਆਦਾ ਕਰ ਲਓਗੇ, ਉਨੇ ਤੁਸੀਂ ਇਹਦੇ ਵਿੱਚ ਕਾਮਯਾਬ ਹੋ ਸਕਦੇ ਆ। ਸੋ ਅੱਜ ਵੀ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ, ਸੋ ਉਹਨਾਂ ਨੂੰ ਮੈਂ ਇਹ ਦੱਸ ਰਿਹਾ ਕਿ ਜਿਹੜਾ 80% ਫੇਲ ਤੇ 20% ਕਾਮਯਾਬ ਹੁੰਦੇ ਡੇ ਟ੍ਰੇਡਿੰਗ ਦੇ ਵਿੱਚ, ਇਹ ਡਿਫਰੈਂਸ ਸਦਾ ਇੱਦਾਂ ਰਹਿਣਾ ਹੀ ਰਹਿਣਾ। ਇਹਦਾ ਕਾਰਨ ਕੀ ਹੈ ਕਿ 80% ਜਿਹੜੇ ਆ, ਉਹਨਾਂ ਦਾ ਫੋਕਸ ਇਹੀ ਆ ਕਿ ਆਈਏ ਤੇ ਪ੍ਰੋਫਿਟ ਬਣਾਈਏ ਜਲਦੀ ਤੋਂ ਜਲਦੀ। ਤੇ ਉਹ ਜਿਹੜੇ 20% ਆ, ਉਹਨਾਂ ਦਾ ਫੋਕਸ ਕੀ ਆ ਕਿ ਆਈਏ ਤੇ ਸਿੱਖੀਏ, ਠੀਕ ਹੈ। 80% ਦਾ ਫੋਕਸ ਆ ਕਿ ਜਲਦੀ ਤੋਂ ਜਲਦੀ ਪੈਸੇ ਬਣ। 20% ਜਿਹੜੇ ਆ ਕਾਮਯਾਬ ਹੁੰਦੇ, ਉਹਨਾਂ ਦਾ ਫੋਕਸ ਹੁੰਦਾ ਕਿ ਲਰਨ ਕਰੀਏ ਐਵਰੀ ਡੇ, ਕੁਛ ਨਾ ਕੁਛ ਆਪਣੇ ਆਪ ਨੂੰ ਇੰਪਰੂਵ ਕਰੀਏ। ਕਿਉਂਕਿ ਜਦੋਂ ਇੰਪਰੂਵਮੈਂਟ ਹੋ ਗਈ ਆਪਣੇ ਆਪ ਦੀ, ਲਰਨ ਕਰ ਲਿਆ ਟ੍ਰੇਡਿੰਗ ਦੇ ਵਿੱਚ, ਤਾਂ ਪ੍ਰੋਫਿਟ ਜਿਹੜਾ ਵਾ ਉਹਦਾ ਜਿਹੜਾ ਇੱਕ ਆਪਾਂ ਕਹਿ ਸਕਦੇ ਹਾਂ ਕਿ ਇਫੈਕਟ ਆ ਲਰਨਿੰਗ ਦਾ, ਉਹ ਆਪਣੇ ਆਪ ਤੁਹਾਨੂੰ ਪ੍ਰੋਫਿਟ ਦੇ ਵਿੱਚ ਦਿਖਣਾ ਸ਼ੁਰੂ ਕਰ ਦੇਣਾ ਆ। ਬਟ ਜੇ ਤੁਸੀਂ ਸਿੱਧਾ ਹੀ ਪ੍ਰੋਫਿਟ ਲਈ ਆਏ ਤਾਂ ਲਰਨਿੰਗ 'ਤੇ ਫੋਕਸ ਨਹੀਂ ਕੀਤਾ, ਹਾਂ ਪੈਸੇ ਬਣ ਜਾਣਗੇ, ਬਟ ਇੱਕ ਕੰਸਿਸਟੈਂਟ ਜਿਹੜਾ ਪ੍ਰੋਫਿਟ ਆ ਉਹ ਨਹੀਂ ਬਣ ਪਾਉਣਾ। ਹਾਂ, ਕਦੀ ਕਦਾਈ ਟ੍ਰੇਡ ਵਧੀਆ ਚੱਲ ਗਈ, ਕਦੀ ਨਾ ਚੱਲ ਗਈ, ਇਹ ਚੀਜ਼ ਹੋਊਗੀ। ਸੋ ਥੋੜ੍ਹਾ ਜਿਹਾ ਲਰਨਿੰਗ 'ਤੇ ਫੋਕਸ ਦਿਆ ਕਰੋ, ਠੀਕ ਹੈ ਜੀ। ਵੀਕਐਂਡ 'ਤੇ ਆਪਣੀਆਂ ਟ੍ਰੇਡਸ ਰਿਵਿਊ ਕੀਤੀਆਂ, ਲਾਸਟ ਵੀਕਐਂਡ ਦੇ ਵਿੱਚ ਕੀ ਹੋਇਆ, ਕੀ ਗਲਤੀ ਕੀਤੀ ਆ, ਕੀ ਨਵਾਂ ਕਰ ਸਕਦੇ ਆ। ਸੋ ਉਹਦੇ ਨਾਲ ਜਿਹੜੀ ਤੁਹਾਡੀ ਇੰਪਰੂਵਮੈਂਟ ਹੋਏਗੀ। ਸੋ ਗੱਲਬਾਤ ਕਰਦੇ ਹਾਂ ਜੀ ਨੈਕਸਟ ਵੀਕ ਦੇ ਵਿੱਚ ਕੀ ਆਉਣ ਵਾਲਾ ਆ, ਠੀਕ ਹੈ, ਕਿਹੜੇ ਈਵੈਂਟਸ ਨੇ, ਕਿਹੜੇ ਸਟਾਕ ਵਾਚ ਕਰਾਂਗੇ, ਕਿਹੜੇ ਲੈਵਲ ਤੋਂ ਵਾਚ ਕਰਾਂਗੇ। ਤੇ ਜੇ ਲਾਸਟ ਵੀਕਐਂਡ ਆਪਾਂ ਦੇਖੀਏ ਤਾਂ ਮੋਸਟਲੀ ਜਿਹੜੀਆਂ ਆਪਾਂ ਪ੍ਰੈਡਿਕਸ਼ਨ ਕੀਤੀਆਂ ਸੀ, ਕਾਫੀ ਹੱਦ ਤੱਕ ਸਹੀ ਗਈਆਂ, ਠੀਕ ਹੈ। ਸੋ ਮਾਰਕੀਟ ਵੀ ਥੱਲੇ ਡਿੱਗੀ ਆ। ਆਈ ਐਮ ਸਟਿਲ ਫੀਲਿੰਗ ਕਿ ਜਿਹੜਾ ਆਹ ਵੀਕ ਵੀ ਆ, ਸ਼ਾਇਦ ਮਾਰਕੀਟ ਡਰੋਪ ਹੋਈ ਜਾਵੇ, ਬਟ ਆਪਾਂ ਸਪਾਈ ਤੇ QQQ ਦੇ ਵਿੱਚ ਜਾ ਕੇ ਥੋੜ੍ਹੇ ਜਿਹੇ ਲੈਵਲ ਦੇਖਾਂਗੇ ਕਿ ਜਿੱਥੋਂ ਜਿਹੜੀ ਮਾਰਕੀਟ ਆ, ਇੱਕ ਥੋੜ੍ਹਾ ਜਿਹਾ ਆਪਾਂ ਕਹਿ ਸਕਦੇ ਹਾਂ ਕਿ ਰਿਵਰਸ ਹੋ ਸਕਦੀ ਆ, ਠੀਕ ਹੈ। ਸੋ ਉੱਪਰ ਵੱਲ ਨੂੰ ਆਉਣੀ ਸ਼ੁਰੂ ਹੋ ਸਕਦੀ ਆ। ਸੋ ਉਹਨਾਂ ਚੀਜ਼ਾਂ 'ਤੇ ਵੀ ਐਂਡ 'ਤੇ ਆਪਾਂ ਟੱਚ ਕਰਾਂਗੇ। ਸੋ ਜੇ ਕੋਈ ਤੁਹਾਡਾ ਕੁਐਸਚਨ ਹੋਇਆ ਤਾਂ ਲਾਈਵ ਚੈਟ ਦੇ ਵਿੱਚ ਪੁੱਛ ਲਿਓ। ਸੋ ਨੈਕਸਟ ਵੀਕ ਦੇ ਵਿੱਚ ਜਰੋਮ ਪੌਲ ਅੰਕਲ ਨੇ ਫੇਰ ਪਾਰਟੀਸਪੇਟ ਕਰਨਾ ਜੀ ਈਵੈਂਟ ਦੇ ਵਿੱਚ, ਜਿਹੜਾ ਡਿਫਰੈਂਟ ਕੰਟਰੀਜ਼ ਤੋਂ ਆਪਾਂ ਕਹੀਏ, ਇੰਗਲੈਂਡ ਤੋਂ ਵੀ, ਇੱਥੋਂ ਵੀ ਜਰੋਮ ਪੌਲ ਹੋਣਾ ਨੇ ਪਾਰਟੀਸਪੇਟ ਕਰਨਾ। ਬੈਂਕਿੰਗ ਸਿਸਟਮ ਦੇ ਵਿੱਚ ਗੱਲਬਾਤ ਇਹਨਾਂ ਕਰਨੀ ਹੈ, ਕੀ ਹੋ ਰਿਹਾ, ਇਕੋਨਮੀ ਦੀ ਕੀ ਗੱਲਬਾਤ ਆ। ਸੋ ਉਹ ਵੈਨਸਡੇ ਨੂੰ ਆ ਮਾਰਨਿੰਗ ਦੇ ਵਿੱਚ। ਮੈਨੂੰ ਲੱਗਦਾ ਕਿ ਜਦੋਂ ਮਾਰਕੀਟ ਸਟਾਰਟ ਹੋਣੀ ਹੈ, ਓਪਨ ਹੋਣੀ ਹੈ 9:30 ਵਜੇ ਸਵੇਰੇ, ਸ਼ਾਇਦ ਉਸ ਟਾਈਮ 'ਤੇ ਈਵੈਂਟ ਸ਼ੁਰੂ ਹੋਣਾ ਆ। ਸੋ ਆਪਾਂ ਨੂੰ ਵੈਨਸਡੇ ਨੂੰ ਥੋੜ੍ਹਾ ਜਿਹਾ ਧਿਆਨ ਦੇ ਨਾਲ ਰਹਿਣਾ ਪਊਗਾ। ਮਾਰਨਿੰਗ ਦੇ ਵਿੱਚ ਮਾਰਕੀਟ ਨੂੰ 15-20 ਮਿੰਟ, ਅੱਧਾ ਘੰਟਾ ਦਿਓ, ਸ਼ਾਇਦ ਥੋੜ੍ਹਾ ਜਿਹਾ ਰਿਐਕਟ ਕਰੂਗੀ ਇਸ ਈਵੈਂਟ ਨੂੰ, ਅਤੇ ਉਸ ਤੋਂ ਬਾਅਦ ਜਿਹੜੀ ਹੈ ਮਾਰਕੀਟ ਉਹ ਸਮੂਥ ਚੱਲੂਗੀ, ਤੁਸੀਂ ਟਰੇਡ ਕਰ ਸਕਦੇ ਹੋ।
ਸੋ ਲਾਸਟ ਵੀਕਐਂਡ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਕੀ ਹੋਇਆ ਸੀ ਕਿ ਜਦੋਂ ਅੰਕਲ ਨੇ ਬੋਲਣਾ ਸੀ ਵੈਨਸਡੇ ਤੇ ਥਰਸਡੇ ਨੂੰ, ਸੋ ਅਸੀਂ ਮੋਸਟਲੀ ਕੀ ਕੀਤਾ, ਜਿਹੜੇ ਲਾਈਵ ਟ੍ਰੇਡ ਕਰਦੇ ਆ ਆਪਣੇ ਨਾਲ ਉਹਨਾਂ ਨੂੰ ਪਤਾ ਹੀ ਹੋਣਾ, ਜਿਨ੍ਹਾਂ ਨੂੰ ਜਿਹੜੇ ਨਹੀਂ ਲਾਈਵ ਟ੍ਰੇਡਿੰਗ ਤੇ ਉਹਨਾਂ ਦੀ ਨੌਲੇਜ ਦੇ ਲਈ ਮੈਂ ਦੱਸ ਦਿੰਦਾ ਕਿ ਮਾਰਨਿੰਗ ਦੇ ਵਿੱਚ ਆਪਾਂ ਜ਼ਿਆਦੀਆਂ ਟ੍ਰੇਡਾਂ ਤੇ ਫੋਕਸ ਨਹੀਂ ਕੀਤਾ, ਇੱਕ ਅੱਧੀ ਟ੍ਰੇਡ ਕੀਤੀ ਤੇ ਆਪਾਂ ਆਫਟਰਨੂਨ ਦੇ ਵਿੱਚ ਏਰੀਆ ਜਿਹੜੇ ਵਾਚ ਕਰ ਲਏ ਸੀ ਕਿ ਕਿੱਥੋਂ ਟ੍ਰੇਡ ਕਰਨੇ ਆ ਤੇ ਐਗਜ਼ੈਕਟ ਉਸ ਏਰੀਆ ਤੋਂ ਟ੍ਰੇਡਸ ਗਈਆਂ ਤੇ ਆਫਟਰਨੂਨ ਦੇ ਵਿੱਚ ਬਹੁਤ ਵਧੀਆ ਪ੍ਰੋਫਿਟ ਬਣਾ ਲਿਆ। ਮਾਰਨਿੰਗ ਕਿਉਂ ਨਹੀਂ ਕੀਤਾ? ਕਿਉਂਕਿ ਅੰਕਲ ਜਰੋਮ ਪੌਲ ਨੇ ਕੀ ਕਰਨਾ ਸੀ, ਉਹਨਾਂ ਨੇ 10 ਤੋਂ ਲੈ ਕੇ ਤੇ 11 ਵਜੇ ਤੱਕ ਟੈਸਟੀਫਾਈ ਕਰਨਾ ਸੀ ਕਾਂਗਰਸ ਤੇ ਸੈਨੇਟ ਦੇ ਅੱਗੇ, ਤੇ ਉਦੋਂ ਮਾਰਕੀਟ ਦੇ ਥੋੜੇ ਜਿਹੇ ਜ਼ਿਆਦਾ ਵੋਲੇਟਾਈਲ ਹੋਣ ਦੇ ਜਾਂ ਇੱਕ ਰਿਐਕਟ ਜਿਹਾ ਕਰਨ ਦੇ, ਇੱਕਦਮ ਉੱਪਰ ਇੱਕਦਮ ਥੱਲੇ ਵੱਡੀਆਂ ਵੱਡੀਆਂ ਕੈਂਡਲਾਂ ਬਣਾਉਣ ਦੇ ਚਾਂਸ ਸੀ। ਤੇ ਜੋ ਹੋਇਆ ਵੀ, ਜੇ ਤੁਸੀਂ ਚਾਰਟ ਦੇ ਵਿੱਚ ਜਾ ਕੇ ਦੇਖੋਗੇ ਤਾਂ 10 ਵਜੇ ਤੋਂ 10:30 ਵਜੇ ਤੱਕ ਮੋਸਟਲੀ ਇਹ ਚੀਜ਼ਾਂ ਹੋਈਆਂ ਵੈਨਸਡੇ ਤੇ ਥਰਸਡੇ ਨੂੰ। ਤੇ ਆਪਾਂ ਕੀ ਕੀਤਾ ਕਿ ਮੌਕਾ ਦਿੱਤਾ, ਇੱਕ ਅੱਧੀ ਟ੍ਰੇਡ ਕੀਤੀ, ਜੇ ਵਧੀਆ ਗਈ ਠੀਕ ਆ, ਨਹੀਂ ਤੇ ਆਪਾਂ ਆਫਟਰਨੂਨ ਦੇ ਵਿੱਚ ਲੈਵਲ ਲੱਭੇ ਤੇ ਉੱਤੋਂ ਟ੍ਰੇਡ ਕੀਤਾ। ਸੋ ਨੈਕਸਟ ਵੈਨਸਡੇ ਵੀ ਇਹੀ ਆ ਕਿ ਭੱਜ ਕੇ ਤੁਸੀਂ ਟ੍ਰੇਡਿੰਗ ਵੱਲ ਨਹੀਂ ਚੱਲ ਜਾਣਾ, ਥੋੜੀ ਜਿਹੀ ਵੇਟ ਕਰੋ, ਹੋ ਸਕਦਾ ਤੁਹਾਨੂੰ ਸਵੇਰੇ 9:30 ਵਜੇ ਜੇ ਇਹਨਾਂ ਨੇ ਬੋਲਣਾ ਸ਼ੁਰੂ ਕਰਨਾ ਜਾਂ ਈਵੈਂਟ ਸਟਾਰਟ ਹੋਣਾ ਆ 10 10:30 ਵਜੇ ਤੱਕ ਸ਼ਾਇਦ ਕੋਈ ਵਧੀਆ ਲੈਵਲ ਨਾ ਲੱਭੇ, ਬਟ ਉਸ ਤੋਂ ਬਾਅਦ ਤੁਹਾਨੂੰ ਵਧੀਆ ਲੱਭ ਜਾਣਗੇ। ਸੋ ਥੋੜੀ ਪੇਸ਼ੈਂਸ ਦੇ ਨਾਲ, ਕਾਹਲੀ ਨਹੀਂ ਕਰਨੀ, ਜਦੋਂ ਵੀ ਕੋਈ ਇਦਾਂ ਦਾ ਈਵੈਂਟ ਹੁੰਦਾ ਆ, ਹਾਂ ਦੈਟ ਇਜ਼ ਦਾ ਬੈਸਟ ਡੇ ਟੂ ਮੇਕ ਅ ਪ੍ਰੋਫਿਟ ਐਜ਼ ਲੌਂਗ ਐਜ਼ ਤੁਸੀਂ ਪੇਸ਼ੈਂਸ ਕਰਕੇ ਏਰੀਆ ਦੀ ਵੇਟ ਕਰ ਲੈਂਦੇ ਆ। ਤੇ ਸੋ ਨੈਕਸਟ ਕੀ ਹੈ ਜੀ, ਮਾਈਕਰੋਨ ਦੀ ਅਰਨਿੰਗਸ ਆਉਣੀ ਹੈ। ਮਾਈਕਰੋਨ ਕੀ ਹੈ, ਇੱਕ ਸੈਮੀ ਕੰਡਕਟਰ ਫੀਲਡ ਦੇ ਵਿੱਚ ਕੰਪਨੀ ਹੈ, ਤੇ ਜੇ ਤੁਹਾਨੂੰ ਲਾਸਟ ਯਾਦ ਹੋਵੇ ਤਾਂ ਜਦੋਂ ਵੀ ਆਪਾਂ ਸੈਮੀ ਕੰਡਕਟਰ ਦੀ ਅਰਨਿੰਗ ਦੀ ਗੱਲ ਕਰਦੇ ਹਾਂ ਤੇ ਤੁਹਾਡੇ ਸਾਰਿਆਂ ਅੱਗੇ ਇੱਕ ਪਿਕਚਰ ਆ ਜਾਂਦੀ ਹੈ, ਕਿਹੜੇ ਸਟਾਕ ਦੀ? ਨਵੀਡੀਆ ਦੀ। ਸੋ ਸ਼ਾਇਦ ਮਾਈਕਰੋਨ ਉਨਾ ਜੰਪ ਜਾਂ ਡ੍ਰੌਪ ਨਾ ਕਰੇ, ਬਟ ਇਹਦੇ ਚਾਰਟ ਤੇ ਜਾ ਕੇ ਥੋੜਾ ਜਿਹਾ ਅੰਦਾਜ਼ਾ ਲਗਾਉਂਦੇ ਆ ਕਿ ਨੈਕਸਟ ਵੀਕ ਦੇ ਵਿੱਚ ਮੰਡੇ ਤੇ ਟਿਊਜ਼ਡੇ ਜੇ ਇੱਕ ਇਹਦੀ ਹਾਈਪ ਜੀ ਬਣਦੀ ਹੈ ਅਰਨਿੰਗ ਕਰਕੇ ਤਾਂ ਉੱਪਰ ਡਾਇਰੈਕਸ਼ਨ ਨੂੰ ਜਾਂਦਾ, ਤਾਂ ਕਿਹੜੇ ਲੈਵਲ ਤੋਂ ਆਪਾਂ ਇਹਦੇ ਵਿੱਚ ਐਂਟਰੀ ਲੈ ਸਕਦੇ ਹਾਂ ਜੇ ਤੁਸੀਂ ਵੈਨਸਡੇ ਨੂੰ ਅਰਨਿੰਗ ਤੋਂ ਪਹਿਲਾਂ ਵੀ ਬਾਹਰ ਨਿਕਲਣਾ ਤਾਂ। BMRN ਸਟਾਕ ਆ, ਇਹਦਾ FDA ਡਿਸੀਜ਼ਨ ਆ ਫਰਾਈਡੇ ਨੂੰ। ਜੇ ਲਾਸਟ ਵੀਕ ਦੇ ਵਿੱਚ ਦੇਖੋ ਤਾਂ ਤੁਹਾਨੂੰ ਮੈਂ ਇੱਕ ਸਟਾਕ ਦੱਸਿਆ ਸੀ ਜਿਹਦਾ FDA ਡਿਸੀਜ਼ਨ ਸੀ, ਉਹ ਸੀ SRPT, ਤੇ ਉਹਦਾ ਡਿਸੀਜ਼ਨ ਵਧੀਆ ਨਹੀਂ ਆਇਆ ਤੇ ਸਟਾਕ $10 ਡਿੱਗ ਗਿਆ ਸੀ। ਇਹ ਦੇਖਦੇ ਆ ਫਰਾਈਡੇ ਨੂੰ ਕੀ ਰੰਗ ਲਿਆਉਂਦਾ ਜੀ। ਸੋ ਇਹਨੂੰ ਥੋੜਾ ਜਿਹਾ ਵਾਚ ਲਿਸਟ ਦੇ ਵਿੱਚ ਰੱਖਣਾ। ਹੋ ਸਕਦਾ FDA ਡਿਸੀਜ਼ਨ ਜੇ ਦਿਨੇ ਆਉਂਦਾ ਜਾਂ ਪ੍ਰੀ ਮਾਰਕੀਟ ਆਫਟਰ ਮਾਰਕੀਟ ਦੇ ਵਿੱਚ ਆਉਂਦਾ, ਫਿਰ ਤੇ ਆਪਣੇ ਕੋਲ ਨਹੀਂ ਟ੍ਰੇਡ ਹੋਣਾ, ਜਾਂ ਦਿਨ ਦੇ ਟਾਈਮ ਆ ਗਿਆ ਤਾਂ ਫਿਰ ਆਪਾਂ ਇਹਦੇ ਵਿੱਚ ਐਂਟਰੀ ਲੈ ਸਕਦੇ ਹਾਂ। ਸੋ ਇਸ ਸਟਾਕ ਨੂੰ ਥੋੜਾ ਜਿਹਾ ਫਰਾਈਡੇ ਨੂੰ ਵਾਚ ਕਰਾਂਗੇ ਆਪਾਂ। ਸੋ ਨੈਕਸਟ ਜਿਹੜਾ ਸਭ ਤੋਂ ਇੰਪੋਰਟੈਂਟ ਪੁਆਇੰਟ ਆ ਉਹ ਹੈਗਾ ਆ ਕਿ ਜਿਹੜਾ ਨੈਕਸਟ ਫਰਾਈਡੇ ਆ ਉਹ ਫਸਟ ਹਾਫ ਆਫ ਦਾ ਈਅਰ ਦਾ, ਯਾਨੀ ਕਿ ਜਨਵਰੀ ਤੋਂ ਲੈ ਕੇ ਜੂਨ ਤੱਕ ਦਾ ਲਾਸਟ ਟ੍ਰੇਡਿੰਗ ਡੇ ਆ, ਜਾਂ ਸੈਕੰਡ ਕੁਆਟਰ ਦਾ, ਯਾਨੀ ਕਿ ਅਪ੍ਰੈਲ ਮਈ ਤੇ ਜੂਨ ਦਾ ਲਾਸਟ ਟ੍ਰੇਡਿੰਗ ਡੇ ਆ। ਤੇ ਇਹ ਮੈਂ ਕਿਉਂ ਤੁਹਾਨੂੰ ਦੱਸ ਰਿਹਾ, ਇਹ ਜਾਣਨਾ ਕਿਉਂ ਜ਼ਰੂਰੀ ਹੈ? ਕਿਉਂਕਿ ਜਦੋਂ ਵੀ ਕੋਈ ਲਾਸਟ ਟ੍ਰੇਡਿੰਗ ਡੇ ਹੁੰਦਾ ਕੁਆਟਰ ਦਾ, ਜੇ ਤੁਸੀਂ ਕਦੇ ਮਿਊਚੁਅਲ ਫੰਡ ਦੇ ਵਿੱਚ ਜਾਂ ਇੱਦਾਂ ਬੈਂਕ ਦੇ ਵਿੱਚ ਪੈਸਾ ਇਨਵੈਸਟ ਕੀਤਾ ਆ ਤਾਂ ਤੁਹਾਨੂੰ ਪਤਾ ਹੋਊਗਾ ਕਿ ਉਹ ਜਿਹੜੀ ਆ ਕੁਆਟਰਲੀ ਰਿਪੋਰਟ ਤੁਹਾਨੂੰ ਸੈਂਡ ਕਰਦੇ ਆ ਕਿ ਅਸੀਂ ਆਹ ਵਾਲੇ ਸਟਾਕ ਤੁਹਾਡੇ ਜਿਹੜੇ ਪੋਰਟਫੋਲੀਓ ਦੇ ਵਿੱਚ ਹੈਗੇ ਆ, ਜਿਹੜੇ ਫੰਡ ਮੈਨੇਜਰ ਆ। ਹੁਣ ਉਸ ਕੇਸ ਦੇ ਵਿੱਚ ਕੀ ਹੁੰਦਾ ਕਿ ਜਸਟ ਟੂ ਲੁੱਕ ਗੁੱਡ ਉਹ ਜਿਹੜੇ ਵਧੀਆ ਸਟਾਕ ਨੇ ਉਹ ਪੋਰਟਫੋਲੀਓ ਦੇ ਵਿੱਚ ਐਡ ਕਰਦੇ ਨੇ ਇੱਕ ਦਿਨ ਪਹਿਲਾਂ ਮੋਸਟਲੀ, ਠੀਕ ਹੈ, 1 ਜਾਂ 2 ਦਿਨ ਪਹਿਲਾਂ। ਤੇ ਜਿਹੜੇ ਲਾਸ ਵਾਲੇ ਸਟਾਕ ਆ, ਜਿਹੜੇ ਉਹਨਾਂ ਨੂੰ ਲੱਗਦਾ ਕਿ ਇਹਨਾਂ ਨੇ ਇਸ ਸਾਲ ਦੇ ਵਿੱਚ ਕੁਝ ਖਾਸ ਨਹੀਂ ਕਰਨਾ, ਉਹਨਾਂ ਨੂੰ ਪੋਰਟਫੋਲੀਓ ਦੇ ਵਿੱਚੋਂ ਬਾਹਰ ਕੱਢਦੇ ਨੇ। ਸੋ ਇਸ ਕਰਕੇ ਥਰਸਡੇ ਤੇ ਫਰਾਈਡੇ, ਜਾਂ ਥਰਸਡੇ ਤੇ ਫਰਾਈਡੇ ਦੋਵੇਂ ਦਿਨ ਹੀ, ਜਾਂ ਇਕੱਲੇ ਫਰਾਈਡੇ ਮਾਰਕੀਟ ਦੇ ਪੰਪ ਹੋਣ ਦੇ ਚਾਂਸ ਹੋਣਗੇ। ਤੇ ਜੋ ਮੈਂ ਤੁਹਾਨੂੰ ਦਿਖਾਊਂਗਾ ਤੁਸੀਂ ਵੀ ਚਾਰਟ ਤੇ ਜਾ ਕੇ ਦੇਖ ਸਕਦੇ ਹੋ ਕਿ ਮਾਰਚ 31 ਨੂੰ ਜਦੋਂ ਫਸਟ ਕੁਆਟਰ ਦਾ ਐਂਡ ਹੋਇਆ ਸੀ, ਲਾਸਟ ਡੇ ਹੀ, ਤੇ ਉਦੋਂ ਮਾਰਕੀਟ ਨੇ ਪੂਰਾ ਪੰਪ ਕੀਤਾ ਸੀ ਤੇ ਉਦੋਂ ਵੀ ਤੁਹਾਨੂੰ ਮੈਂ ਦੱਸਿਆ ਸੀ। ਬਟ ਕਾਰਨ ਸੇਮ ਹੀ ਆ ਕਿ ਜਿਹੜੇ ਮੋਸਟਲੀ ਫੰਡ ਮੈਨੇਜਰ ਆ ਜਸਟ ਟੂ ਲੁੱਕ ਗੁੱਡ ਔਨ ਦਾ ਪੇਪਰਸ, ਕਿ ਜਦੋਂ ਆਪਾਂ ਜਿਹੜੀਆਂ ਆਪਣੀਆਂ ਸਟੇਟਮੈਂਟਸ ਆਪਣੇ ਕਲਾਇੰਟ ਨੂੰ ਸੈਂਡ ਕਰੀਏ ਤਾਂ ਉਹ ਦੇਖੀਏ ਅੱਛਾ ਸਾਡੇ ਕੋਲ ਐਪਲ ਦਾ ਸਟਾਕ ਵੀ ਹੈ, ਟੈਸਲਾ ਦਾ ਸਟਾਕ ਵੀ ਹੈ, ਇਹ ਇੰਨਾ ਉੱਪਰ ਗਿਆ, ਵਧੀਆ ਪੋਰਟਫੋਲੀਓ ਸਾਡਾ। ਸੋ ਉਸ ਕਰਕੇ ਉਹ ਕੀ ਕਰਦੇ ਨੇ ਕਿ ਉਹ ਜਿਹੜੇ ਮਾੜੇ ਸਟਾਕ ਆ ਵਿੱਚੋਂ ਬਾਹਰ ਕੱਢ ਦਿੰਦੇ ਨੇ ਤੇ ਵਧੀਆ ਸਟਾਕ ਦੀ ਬਾਇੰਗ ਕਰਕੇ ਜਿਹੜੇ ਆ ਤੇ ਉਹਨੂੰ ਐਡ ਕਰਦੇ ਆ, ਜਿਹਦੇ ਕਰਕੇ ਮੈਨੂੰ ਲੱਗਦਾ ਕਿ ਮੋਸਟਲੀ ਐਪਲ, ਟੈਸਲਾ ਇਹਨਾਂ ਦੇ ਸਟਾਕ ਦੀ ਸ਼ਾਇਦ ਬਾਇੰਗ ਹੋਵੇ ਕਿਉਂਕਿ ਕਾਫੀ ਵਧੀਆ ਵਾ, ਜਸਟ ਟੂ ਸ਼ੋ ਔਨ ਦਾ ਪੇਪਰ। ਤੇ ਫਰਾਈਡੇ ਨੂੰ ਮਾਰਕੀਟ ਪੰਪ ਹੋ ਸਕਦੀ ਆ, ਸੋ ਉਹਨੂੰ ਥੋੜਾ ਜਿਹਾ ਆਪਾਂ ਥਰਸਡੇ ਫਰਾਈਡੇ ਦੋਵੇਂ ਦਿਨ ਹੋ ਸਕਦਾ ਜਾਂ ਫਰਾਈਡੇ ਨੂੰ ਹੋਣ ਦੇ ਤੇ ਜ਼ਿਆਦਾ ਚਾਂਸ ਹੈਗੇ ਆ। ਸੋ ਅਰਨਿੰਗ ਕਿਹੜੀ ਆ ਰਹੀ ਹੈ ਜੀ? ਕੱਲ ਕਾਰਨੀਵਲ ਕਾਰਪੋਰੇਸ਼ਨ ਦੀ ਅਰਨਿੰਗ ਆ ਰਹੀ ਹੈ, ਜਿਹੜੀ ਕਿ ਕਰੂਜ਼ ਦੇ ਵਿੱਚ ਕੰਪਨੀਆਂ ਮਾਰਨਿੰਗ ਦੇ ਵਿੱਚ ਦੇਖਦੇ ਆ ਕਿੱਦਾਂ ਜਾਂਦੀ ਆ। ਸੋ ਬਾਕੀ ਮੈਨਚੈਸਟਰ ਯੂਨਾਈਟਿਡ ਦੀ ਅਰਨਿੰਗ ਆ, ਸੋ ਕਾਫੀ ਇੰਟਰਸਟਿੰਗ ਹੋ ਸਕਦੀ ਆ, ਦੇਖਦੇ ਆ ਕੀ ਕਰਦੀ ਆ। ਸੋ ਹੋਰ ਇਹਦੇ ਵਿੱਚੋਂ ਕੁਛ ਖਾਸ ਨਹੀਂ ਜੀ। ਮਾਈਕਰੋਨ ਦੀ ਅਰਨਿੰਗ ਆ, ਬਲੈਕਬਰੀ ਦਾ ਕੁਛ ਖਾਸ ਨਹੀਂ ਹੈਗਾ। ਨਾਈਕੀ ਦੀ ਅਰਨਿੰਗ ਹੈਗੀ ਆ ਥਰਸਡੇ ਆਫਟਰ ਕਲੋਜ਼। ਸੋ ਦੋ ਅਰਨਿੰਗ ਨੇ ਜਿਹੜੀਆਂ ਆਪਾਂ ਵਾਚ ਕਰ ਸਕਦੇ ਹਾਂ ਕਲੋਜ਼ਲੀ। ਫਸਟ ਥੋੜਾ ਜਿਹਾ ਆਪਾਂ ਕਹਿ ਸਕਦੇ ਹਾਂ ਕਿ ਮਾਈਕਰੋਨ ਦੀ, ਤੇ ਸੈਕਿੰਡ ਨਾਈਕੀ ਦੀ। ਬਾਕੀ ਜਿਹੜਾ ਹੋਰ ਇਹਦੇ ਵਿੱਚ ਤੁਹਾਨੂੰ ਸਟਾਕ ਲੱਗਦਾ ਕਿ ਹਾਂ ਇਹ ਮੇਰਾ ਫੇਵਰਟ ਆ, ਜੇ ਉਹਦੀ ਅਰਨਿੰਗ ਕਿਸੇ ਨੇ ਪਲੇ ਕਰਨੀ ਆ ਤੇ ਕਰ ਸਕਦਾ। ਸੋ ਬਾਕੀ ਮੋਸਟਲੀ ਆਪਾਂ ਇਹ ਦੇਖਾਂਗੇ ਕੱਲ ਪਰਸੋਂ ਦੇ ਵਿੱਚ, ਜਾਣੀ ਕਿ ਮੰਡੇ ਟਿਊਜ਼ਡੇ
ਜੇ ਮਾਈਕਰੋਨ ਦੇ ਵਿੱਚ ਕੋਈ ਪੋਜੀਸ਼ਨ ਬਣਾਈ ਜਾਂਦੀ ਆ ਕਿਹੜੇ ਲੈਵਲ ਤੋਂ ਬਣਦੀ ਆ, ਉਹਦੇ ਬਾਰੇ ਕੱਲ ਆਪਾਂ ਮਾਰਨਿੰਗ ਦੇ ਵਿੱਚ ਥੋੜਾ ਜਿਹਾ ਦੇਖਾਂਗੇ। ਬਟ ਹੁਣ ਤੁਹਾਨੂੰ ਮੈਂ ਚਾਰਟ ਦੇ ਉੱਪਰ ਇੱਕ ਵਾਰੀ ਜਾ ਕੇ ਦੱਸ ਦੂੰਗਾ ਕਿ ਆਪਾਂ ਆਹ ਵਾਲਾ ਏਰੀਆ ਵਾਚ ਕਰ ਸਕਦੇ ਹਾਂ। ਹੋਪਫੁਲੀ ਉੱਤੇ ਜਾਵੇ ਇੱਕ ਵਾਰੀ। ਬਾਕੀ ਇਹ ਹੈ ਕਿ ਜਿੰਨੇ ਵੀ ਲਾਈਵ ਨੂੰ ਸਬਸਕ੍ਰਾਈਬ ਕਰਨਾ, ਮੈਂ ਕੱਲ ਟਿਕਟੌਕ ਤੇ ਵੀ ਦੱਸ ਦਿੱਤਾ ਸੀ। ਸੋ ਮੋਸਟਲੀ ਆਪਾਂ ਲਾਈਵ ਦੇ ਵਿੱਚ ਸ਼ਾਇਦ ਅੱਜ ਲਾਸਟ ਟਾਈਮ ਮਿਲੀਏ, ਤਾਂ ਫਿਰ ਨਹੀਂ ਤੇ ਨੈਕਸਟ ਵੀਕਐਂਡ ਆ ਜਾਣਾ। ਸੋ ਜੁਲਾਈ 1 ਨੂੰ ਬਾਅਦ ਜਿਹੜੇ ਨਵੇਂ ਸਬਸਕ੍ਰਾਈਬਰ ਹੋਣਗੇ ਉਹਨਾਂ ਲਈ ਜਿਹੜਾ ਲਾਈਵ ਸਬਸਕ੍ਰਿਪਸ਼ਨ ਦਾ ਪ੍ਰਾਈਸ ਆ ਮੇਬੀ $40 ਔਰ $45 ਪਰ ਮੰਥ ਹੋਊਗਾ। ਜਿਨ੍ਹਾਂ ਨੇ ਉਸ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਿਆ, ਫॉर them it will stay $29 ਪਰ ਮੰਥ। ਸੋ ਜਿਹੜੇ ਪਹਿਲਾਂ ਆ, ਸੋ ਜਸਟ ਟੂ ਗਿਵ them ਐਜ਼ ਆਪਾਂ ਕਹਿ ਸਕਦੇ ਹਾਂ ਕਿ ਇੱਕ ਲਾਇਲਟੀ ਰਿਵਾਰਡ। ਤੇ ਜਿਨ੍ਹਾਂ ਨੇ ਬਾਅਦ 'ਚ ਸਬਸਕ੍ਰਾਈਬ ਕੀਤਾ ਜੁਲਾਈ 1 ਜਾਂ ਉਸ ਤੋਂ ਬਾਅਦ, ਸੋ ਉਹਨਾਂ ਦੇ ਲਈ $40 ਜਾਂ $45 ਹੋਊਗਾ। ਸੋ ਮੈਂ ਪੱਕਾ ਡਿਸਾਈਡ ਨਹੀਂ ਅਜੇ ਕੀਤਾ, ਸੋ ਦੇਖਦੇ ਹਾਂ ਕੀ ਕਰਦੇ ਆ। ਸੋ ਇਸ ਲਈ ਤੁਹਾਡੇ 'ਚੋਂ ਜੇ ਕਿਸੇ ਨੇ ਕਰਨਾ ਲਾਈਵ ਸਬਸਕ੍ਰਾਈਬ ਤਾਂ ਜੁਲਾਈ 1 ਤੋਂ ਪਹਿਲਾਂ ਕਰ ਸਕਦਾ। ਸੋ ਚਾਰਟਸ ਦੇ ਉੱਪਰ ਜਾਂਦੇ ਹਾਂ ਜੀ ਥੋੜਾ ਜਿਹਾ। ਸੋ ਤੁਹਾਡੇ ਕੁਐਸਚਨ ਕੀ ਆ ਰਹੇ ਨੇ? ਮਹੇਸ਼ ਜੀ ਸਤਿ ਸ਼੍ਰੀ ਅਕਾਲ ਜੀ। ਗੁਰਸੰਗੀਤ ਵੀਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਭਾਜੀ, ਕੱਲ ਨੂੰ ਫਿਰ ਕੰਮ ਖਿੱਚ ਦਿਓ। ਚੱਕਦੇ ਆ ਜੀ ਕੰਮ। ਕੈਨ ਯੂ ਅਰੇਂਜ ਏ 5-10 ਮਿੰਟ ਲਾਈਵ ਟੂ ਰਿਵਿਊ ਲਾਸਟ ਵੀਕ ਟ੍ਰੇਡਸ ਵਿਚ ਵੀ ਟੁੱਕ ਟੁਗੈਦਰ ਔਨ ਲਾਈਵ ਟ੍ਰੇਡਿੰਗ? ਕਰ ਲਿਆ ਕਰਾਂਗੇ ਜੀ। ਮੋਸਟਲੀ ਮੈਂ ਮਾਰਕ ਨਹੀਂ ਕਰਦਾ ਹੁੰਦਾ ਕਿਉਂਕਿ ਮੈਂ ਸੇਮ ਡੇ ਰਿਵਿਊ ਕਰ ਲੈਂਦਾ ਹੁੰਦਾ। ਬਟ ਜੇ ਕੋਈ ਇੱਦਾਂ ਦਾ ਵੀਕ ਜਾਵੇ ਕਿ ਆਪਣਾ ਖਾਸ ਵਧੀਆ ਨਾ ਹੋਵੇ ਫਿਰ ਸਾਰਾ ਵੀਕ ਦੇਖ ਲਈਦਾ। ਬਟ ਵੀ ਕੈਨ ਪਲਾਨ ਸਮਥਿੰਗ ਜਿਹਦੇ ਵਿੱਚ ਆਪਾਂ ਕਰ ਸਕਦੇ ਹਾਂ ਜਿਹੜਿਆਂ ਨੇ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦੇ ਲਈ, ਕਿ ਆਪਾਂ ਲਾਸਟ ਵੀਕ ਦੇ ਵਿੱਚ ਕਿਹੜੀਆਂ ਟ੍ਰੇਡਰ ਆਈਆਂ, ਕਿਹੜੇ ਲੈਵਲ ਤੋਂ, ਤੇ ਕੀ ਉਹਨਾਂ ਦੇ ਰਿਜ਼ਲਟ ਆਏ, ਕਿਉਂ ਐਂਟਰ ਹੋਏ ਸੀ। ਸੋ ਕਰ ਲਿਆ ਕਰਾਂਗੇ। ਬਟ ਕੁਛ ਅਜੇ ਤੱਕ ਪਲਾਨ ਨਹੀਂ ਕੀਤਾ। ਬਟ ਇਨ ਫਿਊਚਰ ਦੇ ਵਿੱਚ ਜੇ ਤੁਸੀਂ ਚਾਹੁੰਦੇ ਹੋ ਤਾਂ ਆਈ ਕੈਨ ਪਲਾਨ ਸਮਥਿੰਗ ਜਿਹਦੇ ਵਿੱਚ ਆਪਾਂ ਰਿਵਿਊ ਕਰ ਸਕਦੇ ਹਾਂ। ਸੋ ਸਪਾਈ ਦੀ ਗੱਲਬਾਤ ਕਰੀਏ ਜੀ, ਡ੍ਰੌਪ ਹੋ ਰਿਹਾ। ਸੋ ਲੈਟਸ ਲੁੱਕ ਐਟ ਦਿਸ। ਸੋ ਕਿਹੜੇ ਲੈਵਲ ਤੇ ਜਾ ਕੇ ਇਹ ਰੁਕ ਸਕਦਾ? ਸੋ ਦਿਸ ਇਜ਼ ਵਾਟ ਆਈ ਐਮ ਲੁਕਿੰਗ ਐਟ ਇਨ ਸਪਾਈ। ਸੋ 15 ਮਿੰਟ, 1 ਆਵਰ, ਸੋ ਆਵਰਲੀ ਕੈਂਡਲ। ਸੋ ਦੋ ਕੁ ਏਰੀਏ ਨੇ ਜਿੱਥੋਂ ਮੈਨੂੰ ਜਗਦਾ ਕਿ ਇੱਕ ਰਿਵਰਸਲ ਹੋ ਜੂਗੀ। ਜੇ ਤੁਸੀਂ ਦੇਖੋ ਤਾਂ ਸਭ ਤੋਂ ਪਹਿਲਾਂ ਆਪਾਂ ਸਪਾਈ ਦਾ ਦੇਖਿਆ ਸੀ 439 ਵਾਲਾ ਏਰੀਆ, ਤੇ ਉੱਥੇ ਆਣ ਕੇ ਰੁਕਿਆ। ਠੀਕ ਹੈ, ਕਿਉਂ ਦੇਖਿਆ? ਕਿਉਂਕਿ ਇੱਥੇ ਏਰੀਆ ਹੈਗਾ ਸੀ। ਫਿਰ 335 ਵਾਲਾ ਦੇਖਿਆ ਕਿਉਂਕਿ ਇੱਥੇ ਇੱਕ ਯੂ ਬਣਦਾ ਸੀ। ਬਟ ਉਸ ਤੋਂ ਵੀ ਨੀਚੇ ਆ ਗਿਆ। ਆਈ ਥਿੰਕ ਨੈਕਸਟ ਏਰੀਆ ਟੂ ਸਟਾਪ ਜੇ ਇਹਨੇ ਰਿਵਰਸ ਹੋਣਾ ਹੋਇਆ ਦੈਟ ਇਜ਼ 430। ਸੋ 430 ਵਾਲੇ ਏਰੀਏ ਤੋਂ ਜਿੱਥੋਂ ਇਹਨੇ ਗੱਲਬਾਤ ਸ਼ੁਰੂ ਕੀਤੀ ਸੀ, ਇੱਕ ਅਪ ਟ੍ਰੈਂਡ ਆਪਣਾ ਥੋੜਾ ਜਿਹਾ ਵਾਲਾ ਲਾਸਟ ਲੈਗ ਜਿਹੜੀ ਬਣੀ ਹੋਈ ਹੈ, ਸੋ ਉਹ ਵਾਲੀ ਮੈਨੂੰ ਲੱਗਦਾ ਕਿ ਇੱਕ ਕਵਰ ਕਰਕੇ 430 ਤੱਕ, ਤੇ 430 ਜਾਂ 30 ਤੋਂ ਥੋੜਾ ਬਹੁਤਾ ਡ੍ਰੌਪ ਹੋ ਜਾਊਗਾ। ਇੱਥੋਂ ਰਿਵਰਸ ਹੋਣਾ ਸ਼ੁਰੂ ਹੋ ਸਕਦਾ। ਜੇ ਮੈਂ ਦੇਖਾਂ ਫਿਊਚਰ ਤਾਂ ਫਿਊਚਰ ਸੋ ਫਾਰ ਪੋਜ਼ਿਟਿਵ ਦੇ ਵਿੱਚ ਸ਼ੋਅ ਕਰ ਰਿਹਾ, ਬਟ ਮਾਰਨਿੰਗ ਤੱਕ ਕੁਝ ਵੀ ਚੇਂਜ ਹੋ ਸਕਦਾ। ਸੋ ਇਸ ਕਰਕੇ ਆਪਾਂ ਫਿਊਚਰ ਤੇ ਫੁੱਲੀ ਡਿਪੈਂਡੈਂਟ ਨਹੀਂ ਹੋ ਸਕਦੇ। ਸੋ ਪ੍ਰੀ ਮਾਰਕੀਟ ਦੇ ਵਿੱਚ ਦੇਖਾਂਗੇ ਕਿ ਕੀ ਆਪਾਂ ਨੂੰ ਕਹਿੰਦਾ। ਬਟ ਦਿਸ ਇਜ਼ ਮਾਈ ਆਈਡੀਆ ਕਿ ਜੇ ਰਿਵਰਸ ਹੋਣਾ ਤਾਂ ਸ਼ਾਇਦ ਇਹਨੂੰ ਇੱਕ ਵਾਰੀ 430 ਨੂੰ ਟੱਚ ਕਰਕੇ ਤੇ ਫਿਰ ਇੱਥੋਂ ਵਾਪਸੀ ਸ਼ੁਰੂ ਕਰਦੇ, ਕਿਉਂਕਿ ਜਿਹੜਾ ਇੱਕ ਯੂਜ ਆ ਇਹਨੇ ਕੰਪਲੀਟ ਕਰ ਦੇਣਾ ਆਪਣਾ। ਜੇ ਇੱਥੇ ਨਹੀਂ ਰੁਕਦਾ 430 ਤੇ ਤਾਂ ਫਿਰ 425 ਵਾਲਾ ਏਰੀਆ ਇੱਥੇ ਤੱਕ ਆ ਸਕਦਾ ਸਪਾਈ। ਤੇ ਉਸ ਤੋਂ ਥੱਲੇ ਜਿਹੜਾ ਸਭ ਤੋਂ ਸਟਰੋਂਗ ਏਰੀਆ ਜਿੱਥੇ ਮੈਂ ਵਾਚ ਕਰ ਰਿਹਾ ਕਿ ਜੇ ਉੱਥੋਂ ਤੱਕ ਆਉਂਦਾ ਆ ਤੇ ਆਪਾਂ ਵਧੀਆ ਪੋਜੀਸ਼ਨ ਬਣਾ ਸਕਦੇ ਹਾਂ। ਸਪਾਈ ਨੂੰ ਈਵਨ ਕਿ ਸਵਿੰਗ ਕਰਨ ਬਾਰੇ ਵੀ ਦੇਖ ਸਕਦੇ ਹਾਂ। ਉਹ ਆ ਜੇ ਆ ਗ੍ਰੀਨ ਲਾਈਨ ਤੱਕ ਆਉਂਦਾ, ਜਿਹੜੀ ਕਿ 50 ਡੇ ਮੂਵਿੰਗ ਐਵਰੇਜ ਆ SMA 420 ਤੱਕ ਜੇ ਆ ਜਾਂਦਾ ਤਾਂ ਇੱਥੋਂ ਆਪਾਂ ਸਪਾਈ ਨੂੰ ਸਵਿੰਗ ਕਰਨ ਬਾਰੇ ਵੀ ਦੇਖ ਸਕਦੇ ਹਾਂ। ਕਾਫੀ ਥੋੜੀ ਜਿਹੀ ਫੀਲਿੰਗ ਹੈਗੀ ਆ ਕਿ ਇਸ ਏਰੀਏ ਤੇ ਆਣ ਕੇ ਪੱਕਾ ਵਾਪਸ ਜਾਊਗਾ। ਬਟ ਫॉर ਨਾਓ ਆਈ ਐਮ ਲੁਕਿੰਗ ਐਟ 430 ਜਾਂ 425। ਦੇਖਦੇ ਹਾਂ ਨੈਕਸਟ ਵੀਕ ਦੇ ਵਿੱਚ 430 ਨੂੰ ਵੀ ਕ੍ਰਾਸ ਕਰ ਜਾਂਦਾ ਤੇ 425 ਤੇ ਆਉਂਦਾ, ਤੇ ਜਾਂ 435 ਤੋਂ ਹੀ ਵਾਪਸ ਚੱਲ ਜਾਂਦਾ। ਸੋ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਮਾਈਕਰੋਨ ਦੀ, MU ਦੀ। ਸੋ ਮਾਈਕਰੋਨ ਕੀ ਕਰ ਰਿਹਾ? ਡ੍ਰੌਪ ਹੋ ਰਿਹਾ, ਜਿੱਦਾਂ ਮਾਰਕੀਟ ਡ੍ਰੌਪ ਹੋ ਰਹੀ ਹੈ ਓਬਵੀਅਸਲੀ। ਬਟ ਇਹਦੀ ਹੁਣ ਵੈਨਸਡੇ ਨੂੰ ਅਰਨਿੰਗ ਆਉਣ ਕਰਕੇ ਥੋੜੀ ਜਿਹੀ ਹਾਈਪ ਬਣ ਸਕਦੀ ਹੈ। ਕਿਹੜੇ ਏਰੀਏ ਤੋਂ ਦੇਖ ਸਕਦੇ ਹਾਂ? ਦੋ ਏਰੀਏ ਨੇ ਜਿੱਥੋਂ ਵਾਚ ਕਰ ਸਕਦੇ ਹਾਂ ਮਾਈਕਰੋਨ ਨੂੰ। ਫਸਟ ਇਜ਼ 6450। ਸੋ $64 ਤੇ 50 ਸੈਂਟ ਵਾਲੇ ਏਰੀਏ ਤੇ ਜੇ ਆਣ ਕੇ ਰੁਕਦਾ ਤਾਂ ਇੱਥੋਂ ਵਾਪਸ ਜਾਂਦਾ ਆ ਤਾਂ ਆਪਾਂ ਇਹਨੂੰ ਟ੍ਰੇਡ ਕਰਨ ਬਾਰੇ ਜਾਂ ਇਹਦੀ ਸਵਿੰਗ ਕਰਨ ਬਾਰੇ ਦੇਖ ਸਕਦੇ ਹਾਂ ਜੇ ਤੁਹਾਡੇ ਵਿੱਚੋਂ ਕਿਸੇ ਨੇ ਕਰਨੀ ਆ। ਓਬਵੀਅਸਲੀ ਹਾਈ ਰਿਸਕ ਹਾਈ ਰਿਵਾਰਡ ਹੁੰਦਾ ਅਰਨਿੰਗ ਦੇ ਵਿੱਚ। ਜੇ ਵਧੀਆ ਚੱਲ ਗਈ ਤਾਂ ਤੁਹਾਡੇ ਮਲਟੀਪਲਸ ਵੀ ਕਾਫੀ ਹੋ ਜਾਣਗੇ। ਜੇ ਨਾ ਵਧੀਆ ਗਈ ਤੇ ਜੋ ਲਾਇਆ ਉਹ ਜ਼ੀਰੋ ਹੋ ਜਾਣਾ। ਸੋ ਮੈਂ ਆਲਵੇਜ਼ ਰਿਕਮੈਂਡ ਕਰਦਾ ਹੁੰਦਾ ਤੇ ਫਿਰ ਇੱਕ ਵਾਰੀ ਇੱਥੇ ਰਿਪੀਟ ਕਰ ਦਿੰਦਾ ਆਪਣੇ ਆਪ ਨੂੰ ਕਿ ਸਵਿੰਗ ਉਹੀ ਕਰੇ ਜਿਹਨੇ ਆਪਣੇ ਟ੍ਰੇਡਿੰਗ ਅਕਾਊਂਟ ਨੂੰ ਡਬਲ ਕੀਤਾ ਹੋਇਆ। ਡਬਲ ਕਰਨ ਦਾ ਮਤਲਬ ਕਿ ਜੇ 5000 ਦੇ ਨਾਲ ਆਪਣੀ ਟ੍ਰੇਡਿੰਗ ਸ਼ੁਰੂ ਕੀਤੀ ਸੀ ਤਾਂ ਹੁਣ ਉਹ 5000 ਦਾ ਤੁਸੀਂ ਪ੍ਰੋਫਿਟ ਬਣਾ ਕੇ ਅੱਗੇ 10000 ਤੇ ਲੈ ਗਏ। ਜੇ 3000 ਤੋਂ ਸ਼ੁਰੂ ਕੀਤਾ ਸੀ ਤੇ ਉਹ 6000 ਤੇ ਅਕਾਊਂਟ ਲੈ ਗਏ। ਜੇ ਨਹੀਂ ਡਬਲ ਤਾਂ ਕੋਈ ਵੀ ਸਵਿੰਗ ਟ੍ਰੇਡਿੰਗ ਕਰਨ ਬਾਰੇ ਨਹੀਂ ਸੋਚਣੀ। ਸੋ ਮੇਰਾ ਕੰਮ ਕੀ ਹੁੰਦਾ? ਤੁਹਾਨੂੰ ਮੈਸੇਜ ਦੇਣਾ। ਐਂਡ ਆਫ ਦਾ ਡੇ ਕੀ ਆ ਕਿ ਚੋਇਸ ਤੁਹਾਡੀ ਆਪਣੀ ਹੁੰਦੀ ਆ। ਤੇ ਬਹੁਤ ਸਾਰੇ ਨਵੇਂ ਟ੍ਰੇਡਰ ਮੈਂ ਦੇਖਿਆ
ਕਿ ਸਵਿੰਗ ਟ੍ਰੇਡਿੰਗ ਕਰ ਲੈਂਦੇ ਆ ਤੇ ਫਿਰ ਜਦੋਂ ਘਾਟਾ ਪੈਂਦਾ ਫਿਰ ਪਛਤਾਉਂਦੇ ਆ। ਸੋ ਇਸ ਕਰਕੇ ਮੇਰਾ ਕੰਮ ਹੁੰਦਾ ਤੁਹਾਨੂੰ ਇੱਕ ਵਾਰਨ ਕਰਨਾ, ਮੈਸੇਜ ਦੇਣਾ ਕਿ ਆਹ ਚੀਜ਼ ਤੋਂ ਥੋੜ੍ਹਾ ਜਿਹਾ ਸਾਵਧਾਨ, ਜਿਹੜੀਆਂ ਚੀਜ਼ਾਂ ਤੁਹਾਨੂੰ ਘਾਟਾ ਪਾ ਸਕਦੀਆਂ। ਕਿਉਂਕਿ ਜੇ ਡੇ ਟ੍ਰੇਡਿੰਗ ਕਰਦੇ ਆ ਆਪਣਾ ਸਟਾਪ ਲਾਸ ਲੱਗਾ ਹੁੰਦਾ, ਸਾਰੇ ਪੈਸੇ ਨਹੀਂ ਜਾਂਦੇ। ਸਵਿੰਗ ਟ੍ਰੇਡਿੰਗ ਦੇ ਵਿੱਚ ਉਹ ਸਾਰੇ ਜ਼ੀਰੋ ਹੋ ਜਾਂਦੇ ਆ ਤੇ ਰਿਕਵਰ ਕਰਨੇ ਬਾਅਦ ਦੇ ਵਿੱਚ ਮੁਸ਼ਕਿਲ ਹੋ ਜਾਂਦੀ, ਕਿਉਂਕਿ ਆਪਣਾ ਟ੍ਰੇਡਿੰਗ ਕਾਊਂਟ ਥੱਲੇ ਜਾਈ ਜਾਂਦਾ ਤੇ ਨਾਲ ਦੀ ਨਾਲ ਜਿਹੜਾ ਤੁਹਾਡਾ ਕੌਨਫੀਡੈਂਸ ਆ ਉਹ ਵੀ ਥੱਲੇ ਜਾਈ ਜਾਂਦਾ। ਸੋ ਇਸ ਕਰਕੇ ਸਵਿੰਗ ਉਹੀ ਕਰੋ ਜਿਨ੍ਹਾਂ ਦਾ ਟ੍ਰੇਡਿੰਗ ਕਾਊਂਟ ਘੱਟੋ ਘੱਟ ਡਬਲ ਆ। ਤੇ ਇਹਦੇ ਦੋ ਲੈਵਲ ਆ 6450, ਹੋਪਫੁਲੀ ਇੱਥੋਂ ਰੁਕੇ 50 ਦੇ ਮੂਵਿੰਗ ਐਵਰੇਜ ਤੇ ਵੀ ਰੁਕ ਰਿਹਾ। ਇੱਥੇ ਪਾਸਟ ਦੇ ਵਿੱਚ ਦੇਖੀਏ ਤਾਂ ਵਧੀਆ ਉਹਨੂੰ ਟੱਚ ਕਰਕੇ ਵਾਪਸੀ ਕੀਤੀ ਸੀ। ਸੋ 6450 ਤੇ ਦੇਖਦੇ ਆ, ਜੇ ਉਤੋਂ ਵੀ ਥੱਲੇ ਆ ਗਿਆ ਤਾਂ 63 ਇਜ਼ ਦਾ ਵਰਸ। 63 ਇਹ ਤੋਂ ਮੁੜਨਾ ਚਾਹੀਦਾ, ਜੇ ਤੋਂ ਥੱਲੇ ਆ ਗਿਆ ਫਿਰ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਅਪਸਾਈਡ ਨੂੰ ਪਲੇ ਕਰਨ ਦਾ ਫਾਇਦਾ ਹੋਊਗਾ ਜੇ 63 ਤੋਂ ਵੀ ਥੱਲੇ ਡਿੱਗ ਜਾਂਦਾ। ਸੋ ਇਹ ਦੋ ਲੈਵਲ ਦੇਖਦੇ ਆ, ਇੱਥੋਂ ਵਾਪਸੀ ਕਰਦਾ ਕਿ ਕੱਲ ਨੂੰ ਨਹੀਂ ਕਰਦਾ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਥੋੜੀ ਜੀ QQQ ਦੇ ਸਟਾਕ ਦੀ, ਸੌਰੀ ਇੰਡੈਕਸ ਦੀ, ETF। ਸੋ ਇਹ ਕੀ ਕਰ ਰਿਹਾ, 372 ਤੋਂ ਥੱਲੇ ਡਿੱਗਾ ਸੀ। ਅਗੇਨ ਇਹਦੇ ਵਿੱਚ ਵੀ ਆਪਾਂ ਦੇਖ ਲਈਏ ਕਿ ਕੀ ਹੋ ਰਿਹਾ। ਸੋ ਇਹ ਵੀ ਇੱਕ ਉਸ ਲੈਵਲ ਤੇ ਪਹੁੰਚ ਗਿਆ ਜਿੱਥੋਂ ਵਾਪਸ ਹੋ ਸਕਦਾ, ਜਿਹੜਾ ਕਿ 360 ਵਾਲਾ ਹੈ। ਜੇ ਇੱਥੋਂ ਵੀ ਥੱਲੇ ਡਿੱਗਦਾ ਤੇ ਦਿਸ ਇਜ਼ ਦਾ ਏਰੀਆ ਜਿੱਥੋਂ ਲੱਗਦਾ ਕਿ ਮੈਨੂੰ ਵਾਪਸੀ ਹੋਣੀ ਚਾਹੀਦੀ ਆ, ਜਿੱਦਾਂ ਕਿ ਸਪਾਈ ਦੇ ਵਿੱਚ ਹੈਗਾ 430 ਵਾਲਾ, ਇਹਦੇ ਵਿੱਚ ਹੈਗਾ 354 ਵਾਲਾ। ਸੋ 354 ਤੋਂ ਜਿੱਥੋਂ ਇੱਕ ਆਹ ਵਾਲੀ ਲੈਗ ਸ਼ੁਰੂ ਹੋਈ ਸੀ ਉੱਪਰ ਨੂੰ ਅਪ ਟ੍ਰੈਂਡ ਵਾਲੀ, ਮੈਨੂੰ ਲੱਗਦਾ ਕਿ ਜੇ ਇੱਥੋਂ ਨਾ ਵਾਪਸ ਮੁੜਿਆ, ਲੁਕਸ ਲਾਈਕ ਇਟ ਇਜ਼ ਰਿਟਰਨਿੰਗ ਬਟ ਨਾਟ 100%, ਕਿਉਂਕਿ ਨਿਊ ਲੋ ਨਹੀਂ ਇੱਕ ਬਣਾਇਆ ਫਰਾਈਡੇ ਨੂੰ। ਦੇਖਦੇ ਆ ਕੱਲ ਨੂੰ ਇੱਕ ਨਿਊ ਲੋ ਬਣਾਉਂਦਾ ਜਾਂ ਨਹੀਂ। ਜੇ ਨਹੀਂ ਬਣਾਇਆ ਤੇ ਨਿਊ ਇੱਕ ਹਾਈ ਬਣਾਤਾ ਤੇ ਵਾਪਸੀ ਦੇ ਇਹਦੇ ਚਾਂਸ ਹੋਣਗੇ, ਕਿਉਂਕਿ ਟੈਕ ਵਾਲੇ ਸਟਾਕਾਂ ਦੀ ਹਾਈਪ ਆ। ਨਾਲ ਦੀ ਨਾਲ ਜੋ ਤੁਹਾਨੂੰ ਮੈਂ ਦੱਸਿਆ ਕਿ ਕੁਆਟਰ ਦਾ ਐਂਡ ਹੋਣਾ ਆ ਤੇ ਫੰਡ ਮੈਨੇਜਰਸ ਨੇ ਕੀ ਕਰਨਾ ਕਿ ਸ਼ਾਇਦ ਟੈਕ ਵਾਲੇ ਸਟਾਕ ਆਪਣੇ ਫੰਡ ਦੇ ਵਿੱਚ ਐਡ ਕਰਨ, ਆਪਣੇ ਪੋਰਟਫੋਲੀਓ ਦੇ ਵਿੱਚ ਐਡ ਕਰਨ, ਤੇ ਉਹਦੇ ਕਰਕੇ ਜਿਹੜੇ ਟੈਕ ਵਾਲੇ ਸਟਾਕਾਂ ਦੀ ਹਾਈਪ ਆ ਸਕਦੀ ਆ। ਸੋ ਮੋਸਟਲੀ ਆਈ ਰਿਕਮੈਂਡ ਕਿ ਜੇ ਤੁਸੀਂ ਆਪਸ਼ਨ ਟ੍ਰੇਡਿੰਗ ਕਰਨੀ ਆ, ਸਟਿਕ ਵਿਦ QQQ ਫॉर ਐਟ ਲੀਸਟ ਫਸਟ 2 ਆਵਰ ਇਨ ਦਾ ਮਾਰਨਿੰਗ, ਕਿਉਂਕਿ ਮੋਸਟਲੀ ਆਪਾਂ ਮਾਰਨਿੰਗ ਦੇ ਵਿੱਚ ਦੇਖਿਆ ਕਿ QQQ ਪਹਿਲੇ 2 ਘੰਟੇ ਵਧੀਆ ਮੂਵ ਕਰਦਾ, ਬਾਅਦ ਦੇ ਵਿੱਚ ਸਪਾਈ ਤੇ QQQ ਆਲਮੋਸਟ ਸੇਮ ਹੋ ਜਾਂਦੇ ਆ। ਤੇ ਇਹਦਾ ਥੋੜਾ ਜਿਹਾ ਜਿਹੜਾ ਨੈਸਡੈਕ ਦਾ QQQ ਦਾ ਥੀਟਾ ਆ ਇਹ ਜ਼ਿਆਦਾ ਹੁੰਦਾ ਟਾਈਮ ਡਿਕੇ, ਇਸ ਕਰਕੇ ਬਾਅਦ ਦੇ ਵਿੱਚ ਥੋੜਾ ਜਿਹਾ ਤੁਹਾਡੇ ਅਗੇਂਸਟ ਜਾ ਸਕਦਾ ਜੇ ਕੰਸੋਲੀਡੇਟ ਕਰ ਜਾਂਦਾ ਤਾਂ। ਬਟ ਮਾਰਨਿੰਗ ਦੇ ਵਿੱਚ ਫॉर ਫਸਟ ਕਪਲ ਆਵਰਸ I would say stick with the NASDAQ QQQ ਜੇ ਤੁਸੀਂ ਆਪਸ਼ਨਾਂ ਟ੍ਰੇਡ ਕਰ ਰਹੇ ਹੋ ਤਾਂ। ਸੋ ਹੋਰ ਤੁਹਾਡਾ ਕਿਸੇ ਸਟਾਕ ਦੇ ਰਿਲੇਟਡ ਕੋਈ ਕੁਐਸਚਨ ਜੀ, ਪਲੀਜ਼ ਡੂ ਇਟ। ਹਾਂਜੀ, ਇੱਕ ਵਧੀਆ ਆਈਡੀਆ ਹੈ ਜੀ, ਇਫ ਵੀ ਕੁਡ ਡੂ ਏ ਪੋਸਟ ਟ੍ਰੇਡ ਐਨਾਲਿਸਿਸ। ਹਾਂਜੀ, ਸੋ ਕਰ ਸਕਦੇ ਆ, ਕੋਈ ਨਹੀਂ। ਆਪਾਂ ਮੋਸਟਲੀ ਤੇ ਮੈਂ ਲਾਈਵ ਤੇ ਕਰ ਦਿੰਦਾ ਹੁੰਦਾ, ਜਦੋਂ ਆਪਣਾ ਲਾਈਵ ਐਂਡ ਕਰੀਦਾ ਤੇ ਤੁਹਾਨੂੰ ਪਤਾ ਹੀ ਹੋਣਾ ਜਿਹੜੇ ਲਾਈਵ ਦੇ ਐਂਡ ਤੱਕ ਰਹਿੰਦੇ ਆ, ਕਈ ਕਾਲੇ ਹੁੰਦੇ ਆ ਉਹ ਚੱਲ ਜਾਂਦੇ ਆ, ਬਟ ਜਿਹੜੇ ਆਪਣੇ ਲਾਈਵ ਟ੍ਰੇਡਿੰਗ ਦੇ ਐਂਡ ਤੱਕ ਰਹਿੰਦੇ ਆ ਤੇ ਆਪਾਂ ਜਿਹੜੀਆਂ ਲਾਈਵ ਦੀਆਂ 2-3 ਟ੍ਰੇਡਾਂ ਕੀਤੀਆਂ ਹੁੰਦੀਆਂ, ਇੱਕ ਆ 2 ਆ ਜਾਂ 3 ਆ, ਜਿੰਨੀਆਂ ਵੀ ਆ, ਮੋਸਟਲੀ ਮੈਂ ਤੁਹਾਨੂੰ ਦੱਸ ਕੇ ਤੋਰਦਾ ਹੁੰਦਾ ਕਿ ਆਹ ਤੇ ਆਪਾਂ ਆਹ ਆਈਡੀਆ ਦੇ ਨਾਲ ਐਂਟਰ ਹੋਏ, ਇਹੀ ਆਪਣੀ ਵਧੀਆ ਗਈ, ਇਸ ਦੇ ਨਾਲ ਆਪਾਂ ਆਹ ਆਈਡੀਆ ਦੇ ਨਾਲ ਐਂਟਰ ਹੋਏ ਸੀ, ਆਹ ਟ੍ਰੇਡ ਇੱਦਾਂ ਗਈ, ਇਸ ਟ੍ਰੇਡ 'ਚ ਆਪਾਂ ਇਸ ਆਈਡੀਆ ਦੇ ਨਾਲ ਐਂਟਰ ਹੋਏ ਸੀ, ਆਹ ਪ੍ਰੋਫਿਟ ਸੋਚਿਆ ਸੀ, ਆਹ ਸਟਾਪ ਲਾਸ ਲਾਇਆ ਸੀ। ਸੋ ਸਾਰਾ ਐਕਸਪਲੇਨ ਕਰ ਹੀ ਦਿੰਦਾ ਹੁੰਦਾ ਸੇਮ ਡੇ। ਸੋ ਨੈਕਸਟ ਆਪਾਂ ਦੇਖਦੇ ਹਾਂ ਜੀ ਟੈਸਲਾ। ਟੈਸਲਾ ਕੀ ਕਰ ਰਿਹਾ ਜੀ? ਸੋ ਟੈਸਲਾ ਵੀ ਇੱਕ ਉਸ ਲੈਵਲ ਤੋਂ ਡਰੋਪ ਕਰ ਰਿਹਾ ਜਿਹੜਾ ਆਪਾਂ ਤੁਹਾਡੇ ਨਾਲ ਲਾਸਟ ਵੀਕ ਜੇ ਤੁਹਾਨੂੰ ਯਾਦ ਹੋਵੇ ਤਾਂ ਸ਼ੇਅਰ ਕੀਤਾ ਸੀ ਕਿ 281 ਵਾਲਾ। ਸੋ 281 ਵਾਲੇ ਏਰੀਏ ਤੋਂ 280 ਤੋਂ ਆਲਮੋਸਟ ਉੱਥੋਂ ਡਰੋਪ ਹੋਣਾ ਸ਼ੁਰੂ ਹੋਇਆ ਤੇ ਇੱਥੇ ਆਣ ਕੇ ਰੁਕ ਵੀ ਗਿਆ। ਠੀਕ ਹੈ ਜੀ। ਸੋ 247.50 ਤੇ ਜਿੱਥੇ ਪਹਿਲਾਂ ਵੀ ਇੱਕ ਦਿਨ ਆਣ ਕੇ ਲਾਸਟ ਵੀਕ ਦੇ ਵਿੱਚ ਰੁਕਿਆ ਸੀ, ਇਸ ਵੀਕ ਦੇ ਵਿੱਚ ਵੀ ਆਲਮੋਸਟ ਉੱਥੇ ਆਣ ਕੇ ਰੁਕਿਆ ਆ। ਹੁਣ ਜੇ ਵੀ ਇਹ ਤੋਂ ਥੱਲੇ ਆਉਣ ਲੱਗ ਜਾਂਦਾ ਤਾਂ ਥੋੜਾ ਜਿਹਾ ਵਰਸ ਸਿਚੁਏਸ਼ਨ ਹੋ ਸਕਦੀ ਆ ਤੇ 220 ਤੱਕ ਆ ਸਕਦਾ। ਥੋੜੀ ਜਿਹੀ ਵਰਸ ਸਿਚੁਏਸ਼ਨ ਹੋ ਜਾਣੀ ਆ ਜੇ ਇਸ ਤੋਂ ਵੀ ਥੱਲੇ ਡਿੱਗਣ ਲੱਗ ਜਾਂਦਾ ਤਾਂ। ਸੋ ਇਸ ਕਰਕੇ ਥੋੜਾ ਜਿਹਾ ਧਿਆਨ ਦੇ ਨਾਲ ਟੈਸਲਾ ਦੇ ਵਿੱਚ ਹੋਪਫੁਲੀ ਰਿਕਵਰ ਕਰੇ। ਮੈਨੂੰ ਲੱਗਦਾ ਕਿ ਉਹੀ ਜਿਹੜਾ ਫਰਾਈਡੇ ਵਾਲਾ ਤੁਹਾਨੂੰ ਮੈਂ ਵਾਰ-ਵਾਰ ਰਿਪੀਟ ਕਰ ਰਿਹਾ ਕਿ ਐਂਡ ਆਫ ਦਾ ਕੁਆਟਰ ਆ, ਉਹਦੇ ਕਰਕੇ ਸ਼ਾਇਦ ਮਾਰਕੀਟ ਦੇ ਵਿੱਚ ਹਾਈਪ ਆਵੇ, ਬਟ ਦੇਖਦੇ ਆ ਕੀ ਹੁੰਦਾ। ਸੋ ਇੱਕ ਵਾਰੀ ਫਿਊਚਰ ਵੀ ਇੱਥੇ ਓਪਨ ਕਰ ਦਿੰਦੇ ਆ ਜੇ ਹੁੰਦਾ ਆ। ਸੋ ਲੈਟਸ ਲੁੱਕ ਐਟ ਹਾਊ ਫਿਊਚਰ ਇਜ਼ ਡੂਇੰਗ। ਸੋ ਜੇ ਆਪਾਂ ਦੇਖੀਏ ਤਾਂ ਅੱਜ ਦਾ ਜਿਹੜਾ 6/25 ਦਾ ਫਿਊਚਰ ਆ ਇਹ ਥੋੜਾ ਜਿਹਾ ਦੇਖੋ ਉੱਪਰ ਜਾਂ ਪੋਜ਼ਿਟਿਵ ਦੇ ਵਿੱਚ ਆ, ਬਟ ਕੁਝ ਖਾਸ ਨਹੀਂ ਡਰੋਪ ਹੋ ਰਿਹਾ। ਦੇਖਦੇ ਆ ਇੱਕ ਨਿਊ ਲੋ ਬਣਾਉਣ ਵੱਲ ਜਾਂਦਾ ਆ ਜਾਂ ਰਿਕਵਰੀ ਵੱਲ। ਸੋ ਫਾਰ ਜੇ ਤੁਸੀਂ ਦੇਖੋ ਤਾਂ ਨਿਊ ਲੋ ਬਣਾ ਰਿਹਾ ਫਿਊਚਰ, ਜਿਹੜਾ ਆਪਾਂ ਜੇ ਫਰਾਈਡੇ ਦੇਖੀਏ ਤਾਂ ਨਿਊ ਲੋ, ਉਸ ਤੋਂ ਬਾਅਦ ਇੱਕ ਫੇਅਰ ਨਿਊ ਲੋ। ਸੋ ਕੱਲ ਮਾਰਨਿੰਗ ਤੱਕ ਆਪਾਂ ਨੂੰ ਪਤਾ ਲੱਗ ਜਾਣਾ ਕਿ ਇੱਥੋਂ ਆਣ ਕੇ 43-82 ਤੋਂ ਵਾਪਸ ਮੁੜਦਾ ਤੇ ਜਾਂ ਇੱਥੋਂ ਇੱਕ ਹੋਰ ਨਿਊ ਲੋ ਬਣਾ ਲੈਂਦਾ। ਸੋ ਇੱਥੋਂ ਆਪਾਂ ਨੂੰ ਆਈਡੀਆ ਹੋ ਜਾਊਗਾ ਕਿ ਮਾਰਕੀਟ ਇੱਕ ਡਾਊਨ ਟ੍ਰੈਂਡ ਦੇ ਵਿੱਚ ਜਾਣਾ ਚਾਹੁੰਦੀ ਆ ਜਾਂ ਨਹੀਂ। ਸੋ ਜੇ ਆਪਾਂ ਵੀਕ ਦੀ ਕੈਂਡਲ ਦੇਖੀਏ ਤਾਂ ਵੀਕ ਦੀ ਕੈਂਡਲ ਸੋ ਫਾਰ ਥੋੜੀ ਜਿਹੀ ਗ੍ਰੀਨ ਦੇ ਵਿੱਚ ਸਟਾਰਟ ਹੋਈ ਆ, ਕਿੱਥੋਂ ਵਾਪਸੀ ਕਰਕੇ ਤੇ ਉੱਪਰ ਨੂੰ ਜਾਂਦੀ ਆ ਤੇ ਜਾਂ ਡਰੋਪ ਹੁੰਦੀ ਆ। ਇਹ ਕੱਲ ਆਪਾਂ ਨੂੰ ਮਾਰਨਿੰਗ ਤੱਕ ਪਤਾ ਲੱਗ ਜਾਣਾ। ਸੋ ਤੁਸੀਂ ਸਿੰਪਲ ਮਾਰਨਿੰਗ ਦੇ ਵਿੱਚ ਫਿਊਚਰ ਦੀ ਜੇ
ਕੈਂਡਲ ਵੀਕਲੀ ਖੋਲੋਗੇ ਤਾਂ ਤੁਹਾਨੂੰ ਮਾਰਨਿੰਗ 'ਚ ਪਤਾ ਲੱਗ ਜੂਗਾ। ਜੇ ਗ੍ਰੀਨ ਆ ਤੇ ਇਹਦਾ ਮਤਲਬ ਵੀ ਥੋੜੀ ਜਿਹੀ ਰਿਕਵਰੀ ਦੇ ਚਾਂਸ ਹੈਗੇ ਆ। ਜੇ ਰੈੱਡ ਹੋਈ ਤੇ ਸਿੰਪਲ ਆ ਕੇ ਇੱਕ ਨਿਊ ਲੋ ਬਣ ਰਿਹਾ। ਸੋ ਇਹਨੂੰ ਤੁਸੀਂ ਦੇਖ ਸਕਦੇ ਹੋ। ਸੋ ਨੈਕਸਟ ਸਟਾਕ ਹੈਗਾ ਜੀ, ਜਿਹੜਾ ਮੈਂ ਤੁਹਾਨੂੰ ਗੱਲ ਦੱਸ ਰਿਹਾ ਸੀ ਕਿ ਲਾਸਟ ਵੀਕ ਦੇ ਵਿੱਚ SRPT ਦਾ FDA ਦੀ ਆਉਣੀ ਸੀ ਨਿਊਜ਼, ਸ਼ਾਇਦ ਥਰਸਡੇ ਜਾਂ ਫਰਾਈਡੇ ਨੂੰ ਆਉਣੀ ਸੀ। ਤੇ ਉਹ ਫਰਾਈਡੇ ਨੂੰ ਜੇ ਆਪਾਂ ਦੇਖੀਏ ਤਾਂ 126 ਤੋਂ $109 ਤੱਕ, $110 ਤੱਕ ਆਇਆ। ਆਲਮੋਸਟ $16-17 ਦੀ ਮੂਵ ਹੈਗੀ ਆ ਡਾਊਨ ਸਾਈਡ ਨੂੰ, ਜਾਣੀ ਕਿ ਨਿਊਜ਼ ਵਧੀਆ ਨਹੀਂ ਆਈ। ਇਹੀ ਜੇ ਆਪਾਂ ਹੁਣ BMRN ਦੇ ਵਿੱਚ ਦੇਖੀਏ ਤਾਂ ਇਹ ਸਟਾਕ ਦੀ ਵੀ ਨੈਕਸਟ ਵੀਕ ਦੇ ਵਿੱਚ ਜਿਹੜੀ ਫਰਾਈਡੇ ਨੂੰ ਆ FDA ਦਾ ਡਿਸੀਜਨ ਆਉਣਾ। ਤੇ ਜੇ ਤੁਸੀਂ ਪਾਸਟ ਦੇ ਵਿੱਚ ਦੇਖ ਲਓ ਤਾਂ ਕੋਈ ਨਾ ਕੋਈ ਇਦਾਂ ਦੀ ਨਿਊਜ਼ ਆਉਣ ਕਰਕੇ ਇਹ $87 ਤੋਂ 93 ਤੇ ਗਿਆ ਸੀ, ਜਾਣੀ ਕਿ $6 ਦੀ ਮੂਵ ਸੀ। ਇੱਥੇ ਵੀ ਇਹਦੀ $5 ਦੀ ਮੂਵ ਸੀ। ਇਸ ਕੈਂਡਲ ਦੇ ਵਿੱਚ ਵੀ ਇਹਦੀ $8 ਦੀ ਮੂਵ ਸੀ। ਸੋ ਜਾਣੀ ਕਿ 5 ਤੋਂ $8 ਦੀ ਮੂਵ ਕਰ ਸਕਦਾ, ਡਿਪੈਂਡਿੰਗ ਅਪਨ ਕਿ ਕਿੱਦਾਂ ਦਾ ਡਿਸੀਜਨ ਆਉਂਦਾ, ਪੋਜ਼ਿਟਿਵ ਜਾਂ ਨੈਗੇਟਿਵ। ਸੋ ਇੱਥੇ ਕਾਫੀ ਮੈਨੂੰ ਲੱਗਦਾ ਜ਼ਿਆਦਾ ਸੀ। ਸੋ ਇੱਥੇ ਵੀ $7 ਦੀ ਮੂਵ ਹੀ, ਕੁਝ ਖਾਸ ਨਹੀਂ। ਸੋ $7-8 ਦੀ ਮੂਵ ਹੈਗੀ ਆ, ਡਿਪੈਂਡ ਕਰਦਾ ਡਿਸੀਜਨ ਕਿੱਦਾਂ ਦਾ ਆਉਂਦਾ। ਸੋ ਇਹਦੀਆਂ ਆਪਸ਼ਨਾਂ ਦੇਖ ਸਕਦੇ ਆ ਜੇ ਪਲੇ ਕਰਨੀ ਆ, ਕਿਉਂਕਿ ਫਰਾਈਡੇ ਨੂੰ ਹੋਣਾ ਆ। ਤੇ ਜੇ ਫਰਾਈਡੇ ਨੂੰ ਹੀ ਡਿਸੀਜਨ ਆਇਆ ਤੇ ਹੋਪਫੁਲੀ ਮਾਰਕੀਟ ਚੱਲਦੇ ਹੀ ਆ ਜੇ, ਇਹ ਨਾ ਹੋਵੇ ਕਿ ਮਾਰਕੀਟ ਦੇ ਬੰਦ ਹੋਣ ਤੋਂ ਬਾਅਦ ਆਵੇ। ਸੋ ਉਹਨੂੰ ਆਪਾਂ ਥੋੜਾ ਜਿਹਾ ਨੈਕਸਟ ਵੀਕ ਦੇ ਵਿੱਚ ਦੇਖ ਲਾਂਗੇ ਇੱਕ ਵਾਰੀ ਕਿ ਕਿੰਨੇ ਵਜੇ ਡਿਸੀਜਨ ਆਉਣਾ। ਮੈਂ ਤੁਹਾਡੇ ਨਾਲ ਟੈਲੀਗ੍ਰਾਮ ਗਰੁੱਪ ਦੇ ਵਿੱਚ ਵੀ ਸ਼ੇਅਰ ਕਰ ਦੂੰਗਾ ਜੇ ਮੈਨੂੰ ਪਤਾ ਲੱਗਾ ਤਾਂ। ਬਟ ਇਹ ਹੈ ਕਿ ਜੇ ਆਉਂਦਾ ਡਿਸੀਜਨ ਮਾਰਕੀਟ ਦੇ ਚੱਲਦਿਆਂ ਤੇ ਫਰਾਈਡੇ ਨੂੰ ਇਹਦੀ ਆਪਸ਼ਨਾਂ ਦੀ ਜੇ ਐਕਸਪਾਇਰੀ ਹੋਈ, ਹੋਪਫੁਲੀ ਇਹਦੀਆਂ ਮੰਥਲੀ ਐਕਸਪਾਇਰੀ ਵਾਲੀਆਂ ਆਪਸ਼ਨਾਂ ਨਾ ਹੋਣ। ਸੋ ਉਹ ਵੀ ਇੱਕ ਵਾਰੀ ਮੈਂ ਡਬਲ ਚੈੱਕ ਕਰ ਲੈਂਦਾ ਜੀ ਇਹਦੀਆਂ ਆਪਸ਼ਨਸ ਹੈਗੀਆਂ ਆ ਕਿ ਨਹੀਂ। ਸੋ ਲੈਟ ਮੀ ਗੋ ਓਵਰ ਹੇਅਰ। ਸੋ DMRN ਨਹੀਂ ਜੀ, ਸੋ ਇਹਦੀਆਂ ਆਪਸ਼ਨਸ ਹੈ ਹੀ ਨਹੀਂ ਆ। ਸੋ ਬੇਸਿਕਲੀ ਸਟਾਕ ਹੀ ਪਲੇ ਕਰਨਾ ਪੈਣਾ ਜੇ ਕਿਸੇ ਨੇ ਕਰਨਾ ਤਾਂ, ਵਿਚ ਇਜ਼ ਆਈ ਥਿੰਕ ਨਾਟ ਵਰਥ ਇਟ। ਸੋ ਲਾਸਟ ਸਟਾਕ ਜੀ ਜਿਹਦੀ ਆਪਾਂ ਥੋੜੀ ਜਿਹੀ ਗੱਲ ਕਰਦੇ ਹਾਂ, ਜਿਹਦੇ ਪਿੱਛੇ ਆਪਾਂ ਕਾਫੀ ਦਿਨਾਂ ਦੇ ਪਏ ਹੋਏ ਆ, ਉਹ ਹੈਗਾ ਆ SoFi। ਤੇ ਇਹਦੇ ਆਪਾਂ ਨੂੰ ਟ੍ਰੇਡ ਕਰਨ ਦਾ ਕਾਰਨ ਕੀ ਆ, ਇਹ ਵੀ ਤੁਹਾਨੂੰ ਬਾਲਿਆਂ ਨੂੰ ਪਤਾ ਹੀ ਹੋਣਾ ਆ। ਟ੍ਰੇਡ ਕਰਨ ਦਾ ਕਾਰਨ ਆ ਕਿ ਜਿਹੜਾ ਅਗਸਤ ਦੇ ਐਂਡ ਵਿੱਚ ਜਾਂ ਅਗਸਤ ਦੇ ਸਟਾਰਟਿੰਗ ਦੇ ਵਿੱਚ US ਨੇ ਜਿਹੜੇ ਆ ਸਟੂਡੈਂਟ ਲੋਨ ਸਟਾਰਟ ਕਰਨੇ ਆ। ਸੋ ਉਹਦੇ ਕਰਕੇ ਜਿਹੜੀਆਂ ਪੇਮੈਂਟਾਂ ਰੁਕੀਆਂ ਹੋਈਆਂ ਸੀ ਦੁਬਾਰਾ ਸਟਾਰਟ ਹੋਣੀਆਂ। ਸੋ ਸਟਾਕ ਦੀ ਜਿਹੜੀ ਆ ਲਾਸਟ ਵੀਕ ਦੇ ਵਿੱਚ, ਡੇਢ ਕੁ ਵੀਕ ਦੇ ਵਿੱਚ 2 ਨੈਗੇਟਿਵ ਨਿਊਜ਼ ਆ ਗਈਆਂ, ਜਿਹੜੀਆਂ ਕਿ ਮੈਂ ਟਿਕਟੌਕ ਦੇ ਲਾਈਵ ਤੇ ਵੀ ਤੁਹਾਡੇ ਨਾਲ ਸ਼ੇਅਰ ਕੀਤੀਆਂ ਸੀ। ਕਿਸੇ ਵੀਰ ਨੇ ਇਹਦੇ ਬਾਰੇ ਪੁੱਛਿਆ ਸੀ ਕਿ ਕਿਸੇ ਨੇ ਡਾਊਨਗ੍ਰੇਡ ਕਰ ਦਿੱਤਾ, ਇਹਨੂੰ ਥੋੜਾ ਜਿਹਾ ਸੈਲ ਦੇ ਵਿੱਚ ਵੀ ਪਾ ਦਿੱਤਾ ਐਨਾਲਿਸਟ ਨੇ। ਸੋ ਇੱਕ ਵਧੀਆ ਐਂਟਰੀ ਦਾ ਵੀ ਚਾਂਸ ਹੈਗਾ, ਜਦੋਂ ਮੈਂ ਤੁਹਾਨੂੰ ਕਿਹਾ ਕਿ $7.5 ਦੇ ਨੇੜੇ ਆਉਂਦਾ। ਸੋ ਐਗਜ਼ੈਕਟ ਤੇ ਨਹੀਂ ਆਇਆ, ਬਟ 775 ਤੋਂ ਵਾਪਸ ਹੋਣਾ ਸ਼ੁਰੂ ਹੋਇਆ ਆ। ਦੇਖਦੇ ਆ ਨੈਕਸਟ ਵੀਕ ਦੇ ਵਿੱਚ ਫੇਰ ਰਿਕਵਰੀ ਕਰਦਾ, ਬਟ ਕਾਫੀ ਚਾਂਸ ਨੇ ਕਿ ਇੱਕ ਵਾਰੀ 10 ਤੱਕ ਤੇ ਜਾਊਗਾ ਹੀ। ਜੇ ਹਾਈਪ ਜੀ ਬਣ ਗਈ ਤਾਂ 10 ਤੋਂ ਉੱਪਰ ਵੀ ਜਾ ਸਕਦਾ। ਸੋ BTC ਨੂੰ ਥੋੜਾ ਟੱਚ ਕਰਨਾ ਜੀ, ਕਾਰਨ ਕੀ ਹੈ, ਕਿਉਂਕਿ ਕਈ ਲੋਕ ਮਾਰਾ ਦੀਆਂ ਆਪਸ਼ਨਾਂ ਕਰਦੇ ਨੇ। ਸੋ BTC ਜੇ ਮੈਂ ਦੇਖਾਂ ਤਾਂ ਆਈ ਵਾਸ ਜਸਟ ਲੁਕਿੰਗ ਐਟ ਆਈ ਥਿੰਕ 15 ਮਿੰਟ ਚਾਰਟ। ਹਾਂਜੀ, ਸੋ 15 ਮਿੰਟ ਚਾਰਟ ਮੈਂ ਦੇਖ ਰਿਹਾ ਸੀ। ਸੋ ਆਹ ਵਾਲਾ ਇੱਕ ਜਿਹੜਾ ਆਪਣਾ ਲੈਵਲ ਬਣਾਇਆ ਸੀ 29 ਸਮਥਿੰਗ ਵਾਲਾ, ਸੋ ਇਹਨੂੰ ਉਦੋਂ ਤਾਂ ਨਹੀਂ ਟੱਚ ਕੀਤਾ, ਪਰ ਹੁਣ ਜੇ ਦੇਖੀਏ ਤਾਂ ਟੱਚ ਕਰਕੇ ਵਾਪਸੀ ਕਰ ਰਿਹਾ। ਸੋ ਦਿਸ ਇਜ਼ ਵਾਟ ਆਈ ਐਮ ਲੁਕਿੰਗ ਐਟ ਕਿ ਜੇ ਕਿਤੇ 31,000 ਤੋਂ ਉੱਪਰ ਚਲ ਗਿਆ ਫਿਰ ਦੁਬਾਰਾ, ਠੀਕ ਹੈ, ਤੇ ਇੱਕ ਨਿਊ ਹਾਈ ਬਣਾ ਸਕਦਾ। ਬਟ ਇਹਦੇ ਚਾਂਸ ਕਾਫੀ ਅਜੇ ਵੀ ਫਿਲਹਾਲ ਹੈਗੇ ਨੇ ਕਿ 31,000 ਇੱਥੋਂ ਕਿਤੇ ਡਰੋਪ ਹੋ ਸਕਦਾ। 31,100 ਤੋਂ 31,100 31,125 31,250 ਦੇ ਨੇੜੇ, 31,250। ਸੋ ਇਹਦੇ ਨੇੜੇ ਕਿਤੇ ਡਰੋਪ ਹੋ ਸਕਦਾ। ਬਟ ਜੇ ਇਹਨੂੰ ਕ੍ਰਾਸ ਕਰ ਗਿਆ ਤਾਂ ਨਿਊ ਹਾਈ ਬਣਨ ਦੇ ਚਾਂਸ ਹੋਣਗੇ। ਇਸ ਕੇਸ ਦੇ ਵਿੱਚ ਤੁਸੀਂ ਮਾਰਾਤਾ ਜਾਂ ਰਾਈਟ ਸਟਾਕ ਦੀਆਂ ਆਪਸ਼ਨਾਂ ਕਰ ਸਕਦੇ ਹੋ, MARA ਤੇ RIOT ਦੀਆਂ, ਕਿਉਂਕਿ ਉਹਨਾਂ ਦਾ ਜਿਹੜਾ ਰਿਸਕ ਟੂ ਰਿਵਾਰਡ ਰੇਸ਼ੋ ਕਾਫੀ ਵਧੀਆ ਹੁੰਦਾ। ਆਲਮੋਸਟ 100% ਦੀ ਮੂਵ ਹੋ ਜਾਂਦੀ ਆ ਜੇ ਤੁਸੀਂ ਆਪਸ਼ਨ ਟ੍ਰੇਡ ਕਰਦੇ ਹੋ, ਐਜ਼ ਲੌਂਗ ਐਜ਼ ਤੁਸੀਂ ਵਧੀਆ ਏਰੀਏ ਤੋਂ ਬਾਏ ਕੀਤੀਆਂ ਹੋਈਆਂ ਤਾਂ। ਸੋ ਨਵੇਂ ਬੰਦੇ ਲਈ ਔਖਾ ਵੀ ਨਹੀਂ ਹੈ, ਕਿਉਂਕਿ ਆਪਸ਼ਨ ਉਹਦੀ ਮੈਨੂੰ ਲੱਗਦਾ $40-50 ਦੀ ਮੈਕਸਿਮਮ ਹੁੰਦੀ ਆ ਜੇ ਆਪਾਂ ਐਟ ਦਾ ਮਨੀ ਵੀ ਕਰਦੇ ਹਾਂ ਤਾਂ। ਸੋ 31,000 ਦੇ ਨੇੜੇ ਜਾ ਕੇ ਦੇਖਦੇ ਹਾਂ ਡਰੋਪ ਹੁੰਦਾ। ਇੱਕ ਵਾਰੀ ਫੇਕ ਜੀ ਬ੍ਰੇਕਆਊਟ ਹੋਈ ਆ ਤੇ ਨਾਲ ਦੀ ਨਾਲ ਹੀ ਡਿੱਗ ਗਿਆ। ਬਟ ਮੈਨੂੰ ਲੱਗਦਾ ਕਿ ਇੱਕ ਵਾਰੀ ਦੁਬਾਰਾ ਜਾਊਗਾ। ਜੇ ਫਿਰ ਵੀ ਨਾ ਬ੍ਰੇਕ ਕਰ ਪਾਇਆ ਤਾਂ ਇੱਥੋਂ ਥੱਲੇ ਡਿੱਗ ਗਿਆ, ਆਈ ਥਿੰਕ ਫਿਰ ਡਰੋਪ ਜਿਹੜੀ ਆ ਬਿਟਕੋਇਨ ਦੀ ਜ਼ਿਆਦਾ ਹੋ ਸਕਦੀ ਆ। ਬਟ ਦੇਖਦੇ ਹਾਂ ਕੀ ਕਰਦਾ, ਡਰੋਪ ਕਰਦਾ ਤੇ ਜਾਂ ਨਿਊ ਹਾਈ ਬਣਾਉਂਦਾ ਆ। ਸੋ ਹੋਰ ਤੁਹਾਡਾ ਕੋਈ ਕੁਐਸਚਨ ਹੋਵੇ ਜੀ ਕਿਸੇ ਦਾ? ਸੋ ਕਾਫੀ ਕੁਐਸਚਨ ਆ ਗਏ ਜੀ ਇੱਕਦਮ। ਸੋ ਮਨਪ੍ਰੀਤ ਸਿੰਘ ਮਾਹਲ ਉਹਨਾਂ ਦਾ TGT ਲੌਂਗ ਟਰਮ ਟਾਰਗੇਟ ਦੇਖਣਾ ਪੈਣਾ ਜੀ, ਮੈਂ ਕੁਝ ਖਾਸ ਦੇਖਿਆ ਨਹੀਂ। ਬਟ ਟਿਕਟੌਕ ਤੇ ਆਨਸਰ ਤੁਹਾਨੂੰ ਮੈਂ ਕਰ ਦੂੰਗਾ, ਟਿਕਟੌਕ ਦੇ ਲਾਈਵ ਤੇ GME ਵਾਲੇ ਲਾਈਵ ਤੋਂ, ਕਿਉਂਕਿ ਨਾ ਜਿਹੜਾ ਆਪਣਾ YouTube ਦਾ ਲਾਈਵ ਹੁੰਦਾ ਜੀ, ਇਹ ਤੇ ਆਪਾਂ ਮੋਸਟਲੀ ਨੈਕਸਟ ਵੀਕ ਦੀ ਹੀ ਪਲੈਨਿੰਗ ਕਰਦੇ ਹਾਂ। ਜੇ ਤੁਹਾਡਾ ਕੋਈ ਕੁਐਸਚਨ ਹੁੰਦਾ ਆ ਲੌਂਗ ਟਰਮ ਸਟਾਕ ਦੇ ਬਾਰੇ ਤਾਂ ਉਹ ਆਪਾਂ ਮੋਸਟਲੀ ਆਨਸਰ ਕਰਦੇ ਹੁੰਦੇ ਆ ਜਦੋਂ ਟਿਕਟੌਕ ਤੇ ਲਾਈਵ ਕਰਦੇ ਆ। ਸੋ ਇਸ ਕਰਕੇ ਜਦੋਂ ਵੀ ਮੈਂ ਟਿਕਟੌਕ ਤੇ ਨੈਕਸਟ ਲਾਈਵ ਕਰੂੰਗਾ, ਉਦੋਂ ਤੁਸੀਂ ਜਿਹੜੇ ਵੀ ਤੁਹਾਡੇ ਲੌਂਗ ਟਰਮ ਦੇ ਰਿਲੇਟਡ ਕੁਐਸਚਨ ਹੈਗੇ ਆ ਤੇ ਸਟਾਕ ਹੈਗੇ ਉਹਨਾਂ ਨੂੰ ਪੁੱਛ ਲਿਓ।
ਸੋ GME ਦੀ ਗੱਲ ਕਰਦੇ ਹਾਂ ਅਸੀਂ। GME ਨੂੰ ਜੇ ਆਪਾਂ ਦੇਖਦੇ ਹਾਂ ਤੇ ਕੀ ਹੋ ਰਿਹਾ ਉਹਦੇ ਵਿੱਚ। ਸੋ ਮੋਸਟਲੀ ਤੁਹਾਨੂੰ ਮੈਂ ਡੇ ਟ੍ਰੇਡਿੰਗ ਦੇ ਬਾਰੇ ਹੀ ਦੱਸੂਗਾ, ਕਿਉਂਕਿ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਜੇ ਲੌਂਗ ਟਰਮ ਬਾਰੇ ਕੋਈ ਕੁਐਸਚਨ ਹੈਗਾ ਆ ਤਾਂ ਉਹ ਆਪਾਂ ਉੱਥੇ ਗੱਲ ਕਰਾਂਗੇ ਟਿਕਟੌਕ ਦੇ ਲਾਈਵ ਤੇ। ਸੋ ਡ੍ਰੌਪ ਹੋ ਰਿਹਾ ਜੇ ਆਪਾਂ ਦੇਖੀਏ ਤਾਂ ਡਾਊਨ ਟ੍ਰੈਂਡ ਦੇ ਵਿੱਚ ਆ। 22,000 ਵਾਲਾ ਇੱਕ ਮੈਂ ਲੈਵਲ ਜਿਹਾ ਇਹਦਾ ਸੌਰੀ $22 ਵਾਲਾ ਡਰਾ ਕੀਤਾ ਸੀ। ਇਹਦੇ ਨੇੜੇ ਤੇੜੇ ਆਣ ਕੇ ਦੇਖਦੇ ਆ ਕੀ ਕਰਦਾ। ਸੋ ਕਾਫੀ ਚਾਂਸ ਹੈਗੇ ਨੇ $22 ਦੇ ਨੇੜੇ ਆਣ ਕੇ ਇਹਦੇ ਰੁਕਣ ਦੇ। ਸੋ ਇੱਥੋਂ ਤੱਕ ਜਾਊਗਾ ਮੈਨੂੰ ਲੱਗਦਾ। ਇਸ ਤੋਂ ਬਾਅਦ ਰਿਕਵਰੀ ਕਰਦਾ ਜਾਂ ਨਹੀਂ ਉਹ ਆਪਾਂ ਦੇਖਦੇ ਹਾਂ, ਬਟ ਸੋ ਫਾਰ ਡਾਊਨ ਟ੍ਰੈਂਡ ਦੇ ਵਿੱਚ ਆ। $22 ਤੱਕ ਇਹਦੇ ਜਾਣ ਦੇ ਕਾਫੀ ਜ਼ਿਆਦਾ ਚਾਂਸ ਹੈਗੇ ਆ। ਸੋ ਅਮਨ ਮਾਨ ਹੋਣਾ ਦਾ ਕੁਐਸਚਨ ਆਇਆ, ਕਹਿੰਦੇ ਪ੍ਰੀ ਮਾਰਕੀਟ ਵਾਲੇ ਲੈਵਲਸ ਜ਼ਿਆਦਾ ਇੰਪੋਰਟੈਂਟ ਹੁੰਦੇ ਯੂਜਲੀ ਜਾਂ ਫਿਰ ਮੈਨ ਟ੍ਰੇਡਿੰਗ ਡੇਜ਼ ਦੀ? ਵੀਰ ਜੀ ਪ੍ਰੀ ਮਾਰਕੀਟ ਵਾਲੇ ਵੀ ਇੰਪੋਰਟੈਂਟ ਹੁੰਦੇ ਆ ਜੀ। ਸੋ ਐਵਰੀ ਡੇ ਇਜ਼ ਡਿਫਰੈਂਟ ਡੇ ਇਨ ਦਾ ਮਾਰਕੀਟ। ਸੋ ਜੇ ਆਪਾਂ ਸਪਾਈ ਨੂੰ ਦੇਖੀਏ ਤਾਂ ਲੈਟਸ ਲੁੱਕ ਐਟ ਦਿਸ। ਸਾਡੇ ਘਰ ਦੇ ਬਾਹਰ ਆਣ ਕੇ ਕਿਸੇ ਨੇ ਲਾ ਲਏ ਜੀ, ਮੈਨੂੰ ਲੱਗਦਾ ਗਾਣੇ ਉੱਚੀ ਉੱਚੀ, ਧਮਕ ਪਾ ਰਿਹਾ, ਪੂਰੀ ਧਮਕ ਬੇਸ। ਸੋ ਆਹ ਦੇਖੋ ਹੁਣ ਪ੍ਰੀ ਮਾਰਕੀਟ ਦਾ ਲੈਵਲ ਹੀ 435, ਮਾਰਕੀਟ ਓਪਨ ਵੀ ਆਲਮੋਸਟ ਉੱਥੇ ਹੋਈ ਸੀ, ਕਾਫੀ ਵਧੀਆ ਰਿਹਾ। ਬਟ ਕੀ ਐਵਰੀ ਡੇ ਸੇਮ ਹੋਊਗਾ? ਮੇ ਬੀ ਨਾਟ। ਠੀਕ ਹੈ। ਸੋ ਕੋਈ ਵੀ ਚੀਜ਼ ਆ ਮਾਰਕੀਟ ਦੇ ਵਿੱਚ ਜਿਹੜੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਐਵਰੀ ਡੇ ਉਹ ਹੋਣੀ ਆ, ਰਿਪੀਟ ਹੋਊਗੀ। ਕਿਸੇ ਦਿਨ ਕਿਤੇ ਲੈਵਲ ਤੋਂ ਚੱਲ ਜੂਗਾ, ਕਿਸੇ ਦਿਨ ਕਿਸੇ ਲੈਵਲ ਤੋਂ ਚੱਲ ਜੂਗਾ। ਹੁਣ ਹੋ ਸਕਦਾ ਕਿ ਕੱਲ ਨੂੰ ਪ੍ਰੀ ਮਾਰਕੀਟ ਵਾਲੇ ਲੈਵਲ ਤੋਂ ਇਦਾਂ ਨਾ ਡ੍ਰੌਪ ਹੋਵੇ। ਜੇ ਆਪਾਂ ਜਾ ਕੇ ਉਤੋਂ ਇੱਕ ਦਿਨ ਪਹਿਲਾਂ ਦੇਖਦੇ ਹਾਂ ਤਾਂ ਪ੍ਰੀ ਮਾਰਕੀਟ ਵਾਲਾ ਲੈਵਲ ਆ ਸੀ। ਠੀਕ ਹੈ ਜੀ। ਸੋ ਇਹ ਤੋਂ ਕੁਝ ਖਾਸ ਨਹੀਂ ਕੀਤਾ। ਮਾਰਕੀਟ ਓਪਨ ਹੋਣ ਤੋਂ ਪਹਿਲਾਂ ਹੀ ਡ੍ਰੌਪ ਹੋਇਆ, ਬਾਅਦ ਦੇ ਵਿੱਚ ਇਹਨੂੰ ਕ੍ਰੋਸ ਹੀ ਕਰ ਗਿਆ। ਮਾਰਕੀਟ ਓਪਨ ਹੋਣ ਤੋਂ ਬਾਅਦ ਇਹਦੇ ਉੱਪਰ ਖੜਿਆ ਨਹੀਂ ਜੇ ਤੁਸੀਂ ਦੇਖੋ ਤਾਂ। ਸੋ ਐਵਰੀ ਡੇ ਇਜ਼ ਡਿਫਰੈਂਟ ਡੇ ਇਨ ਦਾ ਮਾਰਕੀਟ। ਸੋ ਇਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਰੋਜ਼ ਸੇਮ ਚੀਜ਼ ਹੋਣੀ ਆ। ਹਾਂ ਇੰਪੋਰਟੈਂਟ ਹੁੰਦੇ ਆ, ਡਰਾ ਕਰਦੇ ਆ। ਜੇ ਉੱਥੋਂ ਰਿਐਕਟ ਕਰਦਾ ਤੇ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਇੱਥੋਂ ਰਿਐਕਟ ਕਰਨਾ। ਸੋ ਤਾਂ ਹੀ ਕਰਕੇ ਆਪਾਂ ਮਾਰਨਿੰਗ ਦੇ ਵਿੱਚ ਜਿਹੜਾ ਟਾਈਮ ਥੋੜ੍ਹਾ ਜਿਹਾ ਮਾਰਕੀਟ ਨੂੰ ਦੇਈਦਾ ਤਾਂ ਕਿ ਪਤਾ ਲੱਗ ਸਕੇ ਕਿ ਕਿਹੜੇ ਲੈਵਲ ਤੋਂ ਕੀ ਰਿਐਕਸ਼ਨ ਚੱਲ ਰਿਹਾ। ਈਵਨ ਕਿ ਜਿਹੜੀ 5 ਮਿੰਟ ਵਾਲੀ ਸਟ੍ਰੈਟਜੀ ਹੈ ਮੈਂ ਤੁਹਾਨੂੰ ਦੱਸੀ ਵੀ ਹੈਗੀ ਲਾਈਵ ਟ੍ਰੇਡਿੰਗ ਤੇ ਕਈਆਂ ਨੂੰ, ਬਟ ਮੈਂ ਖੁਦ ਨਹੀਂ ਕਰਦਾ ਕਿਉਂਕਿ ਮੇਰੀ ਉਹ ਹੈਬਿਟ ਬਣੀ ਹੋਈ ਹੈ ਕਿ ਮਾਰਕੀਟ ਨੂੰ ਮਾਰਨਿੰਗ ਦੇ ਵਿੱਚ ਥੋੜ੍ਹਾ ਟਾਈਮ ਦਿੱਤਾ ਜਾਵੇ, ਜੋ ਆਪਾਂ ਨੂੰ ਇੱਕ ਮੈਸੇਜ ਦੇਵੇ ਮਾਰਕੀਟ ਕਿ ਹਾਂ ਮੈਂ ਆਹ ਅੱਜ ਕਰਨਾ। ਆਪਾਂ ਮਾਰਕੀਟ ਦੇ ਪਿੱਛੇ ਨਹੀਂ ਜਾਣਾ, ਮਾਰਕੀਟ ਆਪਾਂ ਨੂੰ ਦੱਸੂਗੀ ਕਿ ਹਾਂਜੀ ਮੈਂ ਆਹ ਚੀਜ਼ ਕਰਨੀ ਆ, ਲੈਟਸ ਗੈਟ ਰੈਡੀ। ਠੀਕ ਹੈ। ਸੋ ਆਹ ਚੀਜ਼ ਕਰਦੇ ਆਪਾਂ। ਭਾਜੀ ਨਾਈਕੀ ਦਾ ਦੱਸੋ ਬਿਫੋਰ ਅਰਨਿੰਗ। ਨਾਈਕੀ ਦਾ ਕੁਝ ਖਾਸ ਨਹੀਂ ਜੀ। ਨਾਈਕੀ ਦਾ ਵੀ ਨੇੜੇ ਜਾ ਕੇ ਅਰਨਿੰਗ ਦੇਖ ਸਕਦੇ ਆ, ਕਿਉਂਕਿ ਤੁਹਾਨੂੰ ਜੇ ਨਾਈਕੀ ਦੀ ਅਰਨਿੰਗ ਦੇਖਣੀ ਆ ਤੇ ਤੁਹਾਨੂੰ ਇਹ ਦੇਖਣਾ ਪੈਣਾ ਅੰਡਰ ਆਰਮਰਸ ਦੀ ਅਰਨਿੰਗ ਕਿੱਦਾਂ ਆਈ। ਮੋਸਟਲੀ ਆਲਮੋਸਟ ਸਿਮਿਲਰ ਕੰਪਨੀਆਂ। ਐਡੀਡਾਸ ਦੀ ਅਰਨਿੰਗ ਦੇਖ ਲਓ ਕਿੱਦਾਂ ਦੀ ਆਈ ਸੀ। ਸੋ ਉਹਨੂੰ ਥੋੜ੍ਹਾ ਜਿਹਾ ਐਡੀਡਾਸ ਦਾ ਸਟਾਕ ਹੈਵੀ ਹੈ ਕਿ ਨਹੀਂ, ਮੈਂ ਉੱਦਾਂ ਹੀ ਐਡੀਡਾਸ ਦੀ ਅਰਨਿੰਗ ਕਹਿ ਦਿੱਤੀ। ਸੋ ਐਡੀਡਾਸ ਦਾ ਸਟਾਕ ਹੈਗਾ ਕਿ ਨਹੀਂ? ਅੰਡਰ ਆਰਮਰ ਦਾ ਤੇ ਹੈਗਾ। ਐਡੀਡਾਸ ਨਹੀਂ, ਐਡੀਡਾਸ ਦਾ ਸਟਾਕ ਨਹੀਂ ਹੈਗਾ ਜੀ। ਅੰਡਰ ਆਰਮਰ ਦੀ ਅਰਨਿੰਗ ਦੇਖ ਲੈਂਦੇ ਆ। ਐਡੀਡਾਸ ਉੱਦਾਂ ਹੀ ਨਾਲ ਨਿਕਲ ਗਿਆ, ਉਹਦੇ ਰੀਬੌਕ ਵੀ ਨਿਕਲ ਜਾਣਾ ਸੀ। ਸੋ ਇਹਦੀ ਅਰਨਿੰਗ ਕੀ ਕਹਿ ਰਹੀ ਹੈ ਜੀ? ਅੰਡਰ ਆਰਮਰ ਦਾ ਸਟਾਕ ਹੀ ਬਹੁਤ ਡ੍ਰੌਪ ਹੋਇਆ ਜੀ। ਮੇਨਟੇਨ ਅਪਗ੍ਰੇਡ। ਸੋ ਅੰਡਰ ਆਰਮਰ ਦੀ ਅਰਨਿੰਗ ਦੇਖਣੀ ਪੈਣੀ ਹੈ ਕਿ ਕੀ ਉਹਨੇ ਬੀਟ ਕੀਤੀ ਜਾਂ ਨਹੀਂ। ਮੋਸਟਲੀ ਨਾਈਕੀ ਦੀ ਅਰਨਿੰਗ ਆਲਮੋਸਟ ਸਿਮਿਲਰ ਆਉਣ ਦੇ ਚਾਂਸ ਆ, ਕਿਉਂਕਿ ਇੱਕ ਸੈਕਟਰ ਦੇ ਵਿੱਚ ਹੈਗੀ ਆ। ਸੋ ਉਹਨੂੰ ਥੋੜ੍ਹਾ ਜਿਹਾ ਵਾਚ ਕਰ ਲਿਓ। GME 30 ਤੱਕ ਜਾਊਗਾ ਡ੍ਰੌਪ ਤੋਂ ਭਾਜੀ? ਨਹੀਂ 30 ਤੱਕ ਦਾ ਕੋਈ ਪੱਕਾ ਨਹੀਂ ਜੀ GME ਦਾ, ਕਿਉਂਕਿ ਇੱਕ ਆਪਾਂ ਕਹਿ ਸਕਦੇ ਹਾਂ ਅਰਨਿੰਗ ਦੀ ਹਾਈਪ ਹੈਗੀ ਸੀ, ਬਾਅਦ ਦੇ ਵਿੱਚ ਕੁਝ ਖਾਸ ਨਹੀਂ ਆ। ਸੋ 30 ਤੱਕ ਜਾ ਵੀ ਸਕਦਾ ਕਿਉਂਕਿ ਇੱਕ ਉਹ ਹਾਈਪ ਵਾਲਾ ਸਟਾਕ ਹੁੰਦਾ ਆ, ਬਾਕੀ ਕੁਝ ਖਾਸ ਨਹੀਂ ਹੈਗਾ। ਟਿਕਟੌਕ ਤੇ ਇਸ ਤੋਂ ਬਾਅਦ ਲਾਈਵ ਹੋਊਗੇ ਭਾਜੀ? ਟਿਕਟੌਕ ਤੇ ਇਸ ਤੋਂ ਬਾਅਦ ਟਿਕਟੌਕ ਤੇ ਮੈਂ ਲਾਈਵ ਕੀਤਾ ਸੀ ਜੀ ਸ਼ੁਰੂ। ਜੇ ਕੋਈ ਕੁਐਸਚਨ ਹੋਇਆ ਤਾਂ ਆ ਜਿਓ। ਸੋ ਬਾਕੀ ਇਹੀ ਆ ਕਿ ਜੇ ਕਿਸੇ ਨੇ ਲਾਈਵ ਟ੍ਰੇਡਿੰਗ ਕਰਨੀ ਆ ਤਾਂ ਸਬਸਕ੍ਰਾਈਬ ਕਰ ਲਿਓ। 1 ਜੁਲਾਈ ਤੱਕ ਸੇਮ ਪ੍ਰਾਈਸ ਰਹੂਗਾ। ਉਸ ਤੋਂ ਬਾਅਦ ਜਿਨ੍ਹਾਂ ਨੇ ਜੁਲਾਈ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਿਆ ਉਹਨਾਂ ਦਾ ਗੋਇੰਗ ਫਾਰਵਰਡ ਵੀ ਸੇਮ ਰਹੂਗਾ। ਜਿਹੜੇ ਜੁਲਾਈ ਤੋਂ ਬਾਅਦ ਆਏ ਉਹਨਾਂ ਦਾ ਚੇਂਜ ਹੋਊਗਾ। ਬਟ ਨਾਲ ਦੀ ਨਾਲ ਇੱਥੇ ਮੈਂ ਇੱਕ ਹੋਰ ਮੈਸੇਜ ਦੇ ਦਾਂ ਕਿ ਜਿਨ੍ਹਾਂ ਨੇ ਆਲਰੇਡੀ ਸਬਸਕ੍ਰਾਈਬ ਕੀਤਾ, ਮੇਕ ਸ਼ੋਰ ਤੁਹਾਡਾ ਕ੍ਰੈਡਿਟ ਕਾਰਡ ਦੀ ਜਿਹੜੀ ਐਕਸਪਾਇਰੀ ਡੇਟ ਆਉਣ ਤੋਂ ਪਹਿਲਾਂ ਉਹਨੂੰ ਅਪਡੇਟ ਕਰ ਦਿਓ, ਕਿਉਂਕਿ ਜੇ ਇੱਕ ਵਾਰੀ ਐਕਸਪਾਇਰ ਹੋ ਗਿਆ ਤੇ ਉਹ ਜਿਹੜੀ ਲਾਈਵ ਟ੍ਰੇਡਿੰਗ ਦੀ ਕੈਂਸਲੇਸ਼ਨ ਹੋ ਜਾਣੀ ਆ ਤੇ ਫਿਰ ਤੁਹਾਨੂੰ ਨਵੇਂ ਪ੍ਰਾਈਸ ਦੇ ਨਾਲ ਕਰਨਾ ਪੈਣਾ। ਸੋ ਫਿਰ ਮੈਨੂੰ ਲਾਮਾ ਨਾ ਦਿਓ, ਕਿਉਂਕਿ ਬਹੁਤ ਸਾਰਿਆਂ ਦੇ ਹੋ ਜਾਂਦੇ ਆ। ਕਿਸੇ ਦਾ ਕਾਰਡ ਬਲੌਕ ਹੋ ਗਿਆ ਜਾਂ ਕਿਸੇ ਦੀ ਐਕਸਪਾਇਰੀ ਹੋ ਗਈ ਆਪਣੀ ਕਾਰਡ ਦੀ, ਤੇ ਜਾਂ ਕਿਸੇ ਨੇ ਆਪਣੇ ਪੇਪਾਲ ਦੇ ਨਾਲ ਕਾਰਡ ਅਟੈਚ ਕੀਤਾ ਸੀ, ਉਹਨੇ ਧਿਆਨ ਹੀ ਨਹੀਂ ਦਿੱਤਾ, ਉਹਦਾ ਐਕਸਪਾਇਰੀ ਡੇਟ ਲੰਘ ਗਈ ਤੇ ਉਹਦੀ ਜਿਹੜੀ ਆ ਟ੍ਰੇਡਿੰਗ ਕੈਂਸਲ ਹੋ ਜਾਂਦੀ ਆ ਤੇ ਬਾਅਦ ਦੇ ਵਿੱਚ ਫਿਰ ਉਹਨੂੰ ਦੁਬਾਰਾ ਸਬਸਕ੍ਰਾਈਬ ਕਰਨੀ ਪੈਂਦੀ ਆ। ਬਟ ਹੁਣ ਗੋਇੰਗ ਫਾਰਵਰਡ ਤੁਹਾਨੂੰ ਇਹ ਪ੍ਰੋਬਲਮ ਆਊਗੀ ਕਿ ਜੇ ਇੱਕ ਵਾਰੀ ਕੈਂਸਲ ਹੋ ਗਿਆ, ਜਦੋਂ ਦੁਬਾਰਾ ਸਬਸਕ੍ਰਾਈਬ ਕਰੋਗੇ ਤੇ ਉਹ ਨਵੇਂ ਪ੍ਰਾਈਸ ਦੇ ਨਾਲ ਕਰਨਾ ਪੈਣਾ। ਸੋ ਪਲੀਜ਼ ਫਿਰ ਲਾਮਾ ਨਾ ਦਿਓ,
ਕਿਉਂਕਿ ਮੇਰੇ ਤੋਂ ਫਿਰ ਕੋਈ ਸੋਲੂਸ਼ਨ ਨਹੀਂ ਹੋਣਾ। ਠੀਕ ਹੈ ਜੀ, ਸੋ ਮਿਲਦੇ ਆ ਜੀ ਕੱਲ ਲਾਈਵ ਟ੍ਰੇਡਿੰਗ ਤੇ। ਹੋਪਫੁਲੀ ਜਿਹੜੇ ਜਿਹੜੇ ਤੁਹਾਨੂੰ ਮੈਂ ਸਟਾਕ ਦੱਸੇ ਆ, ਜਿਨ੍ਹਾਂ ਬਾਰੇ ਥੋੜੀ ਜਿਹੀ ਗੱਲਬਾਤ ਆਪਾਂ ਲੈਵਲ ਬਾਰੇ ਕੀਤੀ ਆ, ਉਹਨਾਂ ਨੂੰ ਵਾਚ ਕਰਿਓ। ਠੀਕ ਹੈ, ਬਾਕੀ ਜੇ ਆਪਾਂ ਦੇਖੀਏ ਐਪਲ ਨਿਊ ਹਾਈ ਬਣਾ ਰਿਹਾ, ਮੈਟਾ ਨਿਊ ਹਾਈ ਬਣਾ ਰਿਹਾ, ਕਿ ਪੁੱਲ ਬੈਕ ਆ ਸਕਦੀ ਆ? ਓਬਵੀਅਸਲੀ ਆ ਸਕਦੀ ਆ, ਬਟ ਇਹ ਹੈ ਕਿ ਕਿਹੜੇ ਲੈਵਲ ਤੋਂ ਉਹ ਜੇ ਸ਼ਿਓਰ ਨਹੀਂ ਹੈਗਾ, ਸੋ ਉਹਦੀ ਥੋੜੀ ਵੇਟ ਕਰਨੀ ਪੈਣੀ ਹੈ ਕਿ ਕਦੋਂ ਡਰੋਪ ਜਿਹੜੀ ਆ ਹੋਣੀ ਸ਼ੁਰੂ ਹੁੰਦੀ ਆ। ਸੋ ਥੈਂਕ ਯੂ ਸਾਰਿਆਂ ਦਾ, ਤੇ ਮਿਲਦੇ ਆ ਜੀ ਕੱਲ ਨੂੰ। ਗੁੱਡ ਨਾਈਟ, ਟੇਕ ਕੇਅਰ, ਬਾਏ ਬਾਏ।